जो बोले सो निरभय। सतगुरु रविदास महाराज की जय। कौम जाग पई संगते हुण इतिहास रचा दईए। कौम जाग पई संग। सत्संग जी, वाहिगुरु जी का खालसा, वाहिगुरु जी की फतेह। जय गुरुदेव, धन गुरुदेव। अज आपां सतगुरु रविदास साहब जी की महिमा उपमा जो करनी है। कथा शायद आपने पहला भी बहुत बार सुनी होएगी, पर कुछ ना कुछ कई बार कथा जदों कोई भी कथाकार या सेवक अपने तौर पर करता है, उसनूं होर बेहतर करने की कोशिश करता है, तां जो सतगुर के प्रचार दे विच छोटी जी सेवा वो पा के सतगुर की प्रसन्नता जो है आप लै सके ते सत संगत नूं सतगुर दीआं खुशियां दीआं झोलियां भर के घर जाण वास्ते उद्यम करता है। सत संगत जी, अज की कथा सतगुर दी जो है कंगण जो गंगा माता ने दिता सी उसदे परथाए है। पहला आपां सतगुर कबीर जी का अकाल पुरख दे परथाए बहुत ही सुंदर जो श्लोक है पढ़िए, जिस तो सानू पता लगता है कि जो भी प्राणी अपना जीवन अकाल पुरख की भगती दे विच बतीत करता है, वो बड़े भागां वाला हुंदा है। साध संगत जी, शब्द है कबीर कबीर, हर का सिमरन जो करे। कबीर हर का सिमरन जो करे, सो सुखिया संसार। कबीर हर का सिमरन जो करे, सो सुखिया संसार। इत उत कतहु न डोलई, जिस राखे सिरजनहार। इत उत कत न डोलही, जिस राखे सिरजनहार। जो भी प्राणी सतगुर नाल अकाल पुरख दे नाल जुड़दा है, उसका सिमरन जो करता है, साध संगत जी, अकाल पुरख उसकी आप रखिया करता है। इत उत कतहु ना डोल ही, कदे भी नहीं डोलता। अकाल पुरख दे सिमरन करने वाला आप जी देखते होवोगे, दुनिया दियां दौलतां वाले बहुत ही पुरुष जिन्नी दौलत है, जिन्ना धन है, डोलते फिरते हैं, पर जैसी स्थिरता जो अकाल पुरख दे नाम नाल जुड़े हुए पुरुष दी हुंदी है, ऐसी शांति
ਲੱਖਾਂ ਕਰੋੜਾਂ ਦੇ ਮਾਲਕ ਦੇ ਕੋਲ ਨਹੀਂ ਹੁੰਦੀ ਹੈ। ਸਾਧ ਸੰਗਤ ਜੀ, ਇਤੁਤ ਕਤੇ ਨ ਡੋਲ ਹੀ ਜਿਸ ਰਾਖੇ ਸਿਰਜਣਹਾਰ। ਦੁਨੀਆ ਦੀ ਵਿਸ਼ੇਸ਼ਤਾ ਜੋ ਪਾਲਕ ਹੈ, ਉਸ ਦੇ ਜੋੜਨ ਦੇ ਨਾਲ ਬੰਦੇ ਦੀ ਜਦਾਂ ਲਾਈਫ ਜੋ ਹੈ, ਜ਼ਿੰਦਗੀ ਜੋ ਹੈ, ਉਹ ਉਸੇ ਦੀ ਹੋ ਜਾਂਦੀ ਹੈ ਜਿਸ ਦੇ ਨਾਲ ਜੁੜਦੇ ਹੋ। ਅਤੇ ਜਿਹਦੀ ਜ਼ਿੰਦਗੀ ਦੀ ਚਾਬੀ ਅਕਾਲ ਪੁਰਖ ਦੇ ਹੱਥ ਹੈ, ਫਿਰ ਅਕਾਲ ਪੁਰਖ ਆਪਣੇ ਆਪ ਰੱਖਿਆ ਕਰੇਗਾ। ਬਹੁਤ ਵਾਰ ਅਸੀਂ ਕਥਾਵਾਂ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਪਿਤਾ ਜੋ ਹੈ ਆਪਣੇ ਬੱਚੇ ਦੀ, ਆਪਣੇ ਪੁੱਤਰ ਦੀ, ਆਪਣੇ ਸੇਵਕ ਦੀ ਆਪਣੇ ਆਪ ਰੱਖਿਆ ਕਰਦਾ ਹੈ। ਸੋ ਸਾਧ ਸੰਗਤ ਜੀ, ਪ੍ਰਾਣੀ ਨੇ ਆਪਣਾ ਜੀਵਨ ਜੋ ਹੈ, ਉਸ ਦਾ ਵਧੀਆ ਫੈਸਲਾ ਇਹੋ ਹੀ ਹੋਏਗਾ ਕਿ ਉਹ ਅਕਾਲ ਪੁਰਖ ਦੇ ਨਿਯਮਾਂ ਦੇ ਨਾਲ ਗੁਰੂ ਦੀ ਬਾਣੀ, ਗੁਰੂ ਦੀ ਸੇਵਾ, ਗੁਰੂ ਦੇ ਲੜ ਲੱਗ ਕੇ ਗੁਰੂ ਦੀ ਭਗਤੀ ਦੇ ਵਿੱਚ ਬਤੀਤ ਕਰੇ, ਅਤੇ ਉਹ ਜੀਵਨ ਜੋ ਹੈ ਸਫਲ ਹੈ। ਸਤਿਗੁਰ ਰਵਿਦਾਸ ਮਹਾਰਾਜ ਜੀ ਪਿਤਾ ਪੁਰਖੀ ਕਾਰਜ ਜੋ ਹੈ, ਉਸ ਨੂੰ ਹਰ ਰੋਜ਼ ਕਿਰਤ ਕਰਦੇ ਜਾਂਦੇ ਹਨ। ਸਵੇਰੇ ਤੋਂ ਰਸਤੇ ਤੇ ਸਥਿਤ ਕੀਤੀ ਹੋਈ ਉਹਨਾਂ ਦੀ ਇੱਕ ਜੋ ਝੌਂਪੜੀ ਸੀ, ਕੋਈ ਮਹੱਲ ਨਹੀਂ ਸੀ। ਮਾਇਆ ਤੇ ਉਹਨਾਂ ਦੇ ਕੋਲ ਬਸ ਇੰਨੀ ਸੀ ਕਿ ਦੀਨ ਦੁਨੀਆ ਨੂੰ ਖਰੀਦ ਸਕਦੇ ਸਨ, ਪਰ ਐਸੀ ਮਾਇਆ ਨਹੀਂ ਜਿਸ ਨੂੰ ਅਸੀਂ ਮਾਇਆ ਸਮਝਦੇ ਹਾਂ। ਮਾਇਆ ਅਸਲ ਵਿੱਚ ਉਹ ਹੁੰਦੀ ਹੈ ਜੋ ਦਰਗਾਹ ਦੇ ਵਿੱਚ ਕੰਮ ਹੁੰਦੀ ਹੈ। ਬੜੇ ਵੱਡੇ ਲੋਕ ਜੋ ਹਨ, ਜਿਨ੍ਹਾਂ ਦੀ ਤੂਤੀ ਬੋਲਦੀ ਹੈ, ਅੰਤ ਜਾ ਜਾਂਦੇ ਹਨ ਤੇ ਇੱਕ ਕਿਣ ਵੀ ਮਾਇਆ ਨਾਲ ਨਹੀਂ ਜਾਂਦੀ। ਸੋ ਰਵਿਦਾਸ ਮਹਾਰਾਜ ਜੀ ਭਰਪੂਰ ਹਨ ਮਾਇਆ ਦੇ ਨਾਲ। ਉਹ ਮਾਇਆ ਜਿਸ ਨੂੰ ਦਰਗਾਹ ਦੇ ਵਿੱਚ ਕਬੂਲ ਕੀਤਾ ਜਾਂਦਾ ਹੈ। ਸਾਧ ਸੰਗਤ ਜੀ, ਆਪਣੀ ਝੌਂਪੜੀ ਦੇ ਵਿੱਚ ਮਹਾਰਾਜ, ਦੁਨੀਆ ਦੇ ਰਾਜੇ ਸਵੇਰੇ ਬੈਠ ਜਾਂਦੇ ਹਨ। ਉੱਥੋਂ ਬਹੁਤ ਲੋਕ ਪਾਸ ਹੁੰਦੇ ਸਨ, ਲੰਘਦੇ ਸਨ, ਜੋ ਗੰਗਾ ਤੇ ਜਾ ਕੇ ਇਸ਼ਨਾਨ ਕਰਨ ਜਾਂਦੇ ਸਨ। ਗੰਗਾ ਜੋ ਹੈ ਉਹ ਹਿੰਦੁਸਤਾਨ ਵਿੱਚ ਬਹੁਤ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਹਿੰਦੂ ਮਤ ਵਿੱਚ ਉਸ ਦਾ ਬਹੁਤ ਉੱਚਾ ਸਥਾਨ ਹੈ। ਉਸ ਟਾਈਮ ਜ਼ਿਆਦਾ ਹੱਕ ਤੇ ਉੱਚੀ ਜਾਤ ਕਹੀ ਜਾਣ ਵਾਲੇ ਬ੍ਰਾਹਮਣ, ਪੰਡਤ ਇਹਨਾਂ ਦੇ ਕੋਲ ਹੀ ਸੀ। ਸਤਿਗੁਰੂ ਜਦੋਂ ਇੱਕ ਦਿਨ ਬੈਠੇ ਉੱਥੇ ਕਿਰਤ ਕਰਦੇ ਸਨ, ਜੋੜੇ ਗੰਢਦੇ ਹਨ, ਜੋੜੇ ਬਣਾਉਂਦੇ ਹਨ। ਪਹਿਲਾਂ ਵੀ ਅਰਜ਼ ਕੀਤਾ ਸੀ, ਅੱਜ ਦੀ ਅਸੀਂ ਸਦਾ ਤੁਲਨਾ ਕਰਦੇ ਰਹਿਣਾ ਚਾਹੀਦਾ ਹੈ। ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਰਉਪਕਾਰਾਂ ਦੀ ਤੁਲਨਾ ਆਪਣੇ ਜੀਵਨ ਨਾਲ ਕਰਦੇ ਰਹਿਣਾ ਚਾਹੀਦਾ ਹੈ। ਅੱਜ ਬਹੁਤ ਲੋਕ ਜੋ ਹਨ, ਜੋ ਵਸਤੂਆਂ ਵੇਚਦੇ ਹਨ,
ਪਹਿਲਾਂ ਵਸਤੂ ਦੀ 100 ਰੁਪਏ ਕੀਮਤ ਮੰਗਣਗੇ, ਆਖਰ 20 ਦੀ ਦੇ ਦੇਣਗੇ। ਚਲੋ ਸਮਝੌਤਾ ਤੇ ਖਰੀਦਣ ਵਾਲੇ ਤੇ ਵੇਚਣ ਵਾਲੇ ਦੇ ਵਿਚਕਾਰ ਹੈ, ਪਰ ਜਦੋਂ ਅਸੀਂ ਸਤਿਗੁਰੂ ਨੂੰ ਦੇਖਦੇ ਹਾਂ, ਜੋੜੇ ਗੰਢਦੇ ਹਨ, ਜੋੜੇ ਬਣਾਉਂਦੇ ਹਨ। ਜਦੋਂ ਗਾਹਕ ਜੋ ਕੀਮਤ ਪੁੱਛਦਾ ਹੈ ਤੇ ਮੂੰਹੋਂ ਮੰਗ ਕੇ ਕਦੀ ਨਹੀਂ ਕੀਮਤ ਮੰਗੀ। ਭਾਈ ਦੇ ਜਾਏਗਾ ਤੇ ਤਾਂ ਧਨ ਹੈ, ਨਾ ਦੇ ਜਾਏਗਾ ਤਾਂ ਵੀ ਧਨ ਹੈ। ਕੀਮਤ ਨਹੀਂ ਮੰਗਦੇ ਸਨ। ਇਸੇ ਕਰਕੇ ਸਤਿਗੁਰੂ ਬਹੁਤ ਹੀ ਮਸ਼ਹੂਰ ਸਨ ਇਸ ਗੱਲੋਂ ਕਿ ਗੰਗਾ ਦੇ ਕਿਨਾਰੇ ਨੂੰ ਜਾਣ ਵਾਲਾ ਜੋ ਰਾਹ ਹੈ, ਉੱਥੇ ਕੋਈ ਜੋੜਿਆਂ ਦਾ ਕੰਮ ਕਰਨ ਵਾਲੇ ਕੋਈ ਬੈਠੇ ਹਨ, ਸਾਰੇ ਜਾਣਦੇ ਸਨ, ਤੇ ਜਿਹੜੇ ਕੀਮਤ ਨਹੀਂ ਮੰਗਦੇ। ਅੱਜ ਕੁਝ ਸਮਾਂ ਅਜਿਹਾ ਆਇਆ ਹੈ ਕਿ ਜੋ ਉਸ ਟਾਈਮ ਜਿਸ ਤਰ੍ਹਾਂ ਸਾਰੇ ਪੈਦਲ ਚੱਲ ਕੇ ਜਾਂਦੇ ਸਨ, ਸਫ਼ਰ ਜੋ ਪੈਦਲ ਜਾਣ ਦਾ ਸੀ, ਜਾਂ ਕੁਝ ਨਾ ਕੁਝ ਲੋਕ ਘੋੜਸਵਾਰੀ ਵਗੈਰਾ, ਜਾਂ ਜੋ ਰਾਜੇ ਮਹਾਰਾਜੇ ਸਨ ਰੱਥਾਂ ਤੇ ਹਾਥੀਆਂ ਤੇ ਵੀ ਜਾਂਦੇ ਸਨ, ਪਰ ਆਮ ਲੋਕ ਜੋ ਹਨ ਉਹਨਾਂ ਦਾ ਜੋ ਸਾਧਨ ਸਿਰਫ ਪੈਦਲ ਜਾਣ ਦਾ ਹੀ ਸੀ। ਲੰਬੇ ਲੰਬੇ ਸਫ਼ਰ ਲੋਕ ਪੈਦਲ ਕਰਦੇ ਸਨ। ਜੰਗਲਾਂ ਦੇ ਰਸਤੇ, ਪੱਕੀਆਂ ਸੜਕਾਂ ਨਹੀਂ ਸਨ, ਪਗਡੰਡੀਆਂ। ਇੱਕ ਝੁੰਡ ਯਾਤਰੀਆਂ ਦਾ ਜਾ ਰਿਹਾ ਸੀ। ਕੁਝ ਪਿੱਛੇ ਹੀ ਸੀ ਸਤਿਗੁਰ ਰਘੁਰਾਸ ਮਹਾਰਾਜ ਜੀ ਦੀ ਝੌਂਪੜੀ ਤੋਂ, ਤਾਂ ਇੱਕ ਪੰਡਤ ਜਿਹਦਾ ਨਾਮ ਗੰਗਾ ਰਾਮ ਸੀ, ਉਸ ਦਾ ਜੋ ਜੋੜਾ ਸੀ ਉਹ ਟੁੱਟ ਗਿਆ। ਬਹੁਤ ਵਾਰ ਤਾਂ ਲੋਕ ਆਦੀ ਸਨ, ਉਹ ਜੁੱਤੀਆਂ ਪਾਉਂਦੇ ਨਹੀਂ ਸਨ, ਪਰ ਜਿਸ ਦੇ ਕੋਲ ਸਨ ਸਫ਼ਰ ਵਿੱਚ ਉਹ ਤਾਂ ਪਾਉਂਦੇ ਹਨ। ਗੰਗਾ ਰਾਮ ਨੇ ਆਪਣਾ ਜੋੜਾ ਚੱਕਿਆ ਤੇ ਪੜਤਾਲ ਕੀਤੀ ਤੇ ਪਤਾ ਲੱਗਾ ਹੈ ਕਿ ਅੱਗੇ ਜਾ ਕੇ ਰਸਤੇ ਤੇ ਰਵਿਦਾਸ ਨਾਮ ਦਾ ਇੱਕ ਸ਼ਖਸ ਜੋ ਹੈ ਉਹ ਜੋੜੇ ਗੰਢਦਾ ਹੈ। ਗੰਗਾ ਰਾਮ ਸਤਿਗੁਰ ਦੀ ਝੌਂਪੜੀ ਦੇ ਕੋਲ ਪਹੁੰਚਦਾ ਹੈ ਤਾਂ ਉੱਥੇ ਜੋੜੇ ਨੂੰ ਗੰਢਾਉਣ ਵਾਸਤੇ ਰੁਕ ਜਾਂਦਾ ਹੈ। ਸਤਿਗੁਰ ਸਵਾਗਤ ਕਰਦੇ ਹਨ, ਭਗਤ ਜੀ ਜਲ ਛਕੋਗੇ। ਗੰਗਾ ਰਾਮ ਨੂੰ ਪਤਾ ਹੈ ਕਿ ਇਹ ਰਵਿਦਾਸ ਜੋ ਹੈ, ਕੋਈ ਜੋੜੇ ਗੰਢਣ ਦਾ ਕੰਮ ਜੋ ਸੀ ਉਹ ਆਮ ਕਰਕੇ ਖਿਮਾ ਦਾ ਜਾਚਕ ਹਾਂ, ਛੋਟੀਆਂ ਜਾਤਾਂ ਦੇ ਵਿੱਚ ਹੀ, ਚਮਾਰ ਜਾਤੀ ਦੇ ਵਿੱਚ ਇਹ ਕਾਰਜ ਜੋ ਆਮ ਕਰਕੇ ਲੋਕ ਕਰਿਆ ਕਰਦੇ ਸਨ। ਅੱਜ ਤਾਂ ਜੋ ਸਮਾਂ ਐਸਾ ਹੈ, ਅੱਜ ਵੱਡੇ ਵੱਡੇ ਸ਼ਾਹੂਕਾਰ ਜੋੜਿਆਂ ਦਾ ਕੰਮ ਕਰਦੇ ਹਨ। ਇਹ ਸਭ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਹੈ। ਜਦੋਂ ਪੰਡਤ ਨੂੰ ਜਲ ਦਾ ਪੁੱਛਿਆ ਤਾਂ ਨਹੀਂ 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 ਨਹੀਂ, ਮੇਰੇ ਜੋੜੇ ਗੰਢ ਤੇ ਮੈਂ ਇੱਥੋਂ ਤੁਰਦਾ ਹਾਂ। ਕੋ ਪੰਡਤ ਨੂੰ ਡਰ ਸੀ ਕਿ ਇਸ ਦਾ ਜੇ ਕੋਈ ਹੱਥ ਵੀ ਮੇਰੇ ਨਾਲ ਟੱਚ ਹੋ ਗਿਆ ਤਾਂ ਮੈਂ ਤਾਂ ਪਿੱਟਿਆ ਜਾਣਾ ਹੀ ਹੈ। ਅਸਲ ਵਿੱਚ ਉਹ ਇਹ ਸੋਚਦਾ ਸੀ ਪਿੱਟਿਆ ਤਾਂ ਗਿਆ ਹੀ ਹਾਂ, ਕਿਉਂਕਿ ਹੁਣ ਮੇਰੇ ਜੋੜੇ ਨੂੰ ਇਸ ਨੇ ਹੱਥ ਲਾ ਦੇਣਾ ਹੈ। ਚਲੋ ਕੋਈ ਗੱਲ ਨਹੀਂ, ਗੰਗਾ ਜਾ ਕੇ ਇਸ਼ਨਾਨ ਤਾਂ ਕਰਨਾ ਹੀ ਹੈ ਨਾ, ਪਵਿੱਤਰ ਹੋ ਜਾਗਾ।
ਪੰਡਿਤ ਹੋਰ ਇਸ ਤਰ੍ਹਾਂ ਦਾ ਮੂੰਹ ਕਰਕੇ ਬੈਠਾ ਹੈ। ਸਤਿਗੁਰ ਆਪਣੀ ਕਿਰਤ ਕਰਦੇ ਹੋਏ ਅਕਾਲ ਪੁਰਖ ਦੇ ਸਿਮਰਨ ਦੇ ਨਾਲ ਐਸੇ ਜੁੜੇ ਹੋਏ ਹਨ ਕਿ ਦੁਨੀਆ ਦੇ ਕਾਰਜ ਕਰਦੇ ਹੋਏ ਵੀ ਉਹ ਅਕਾਲ ਪੁਰਖ ਦੇ ਨਾਲ ਸਦਾ ਹੀ ਇੱਕਮਿਕ ਹੋਏ ਰਹਿੰਦੇ ਸਨ। ਜਾਂ ਦੂਸਰੇ ਲਫ਼ਜ਼ਾਂ 'ਚ ਇਹ ਕਹਿ ਲਓ ਕਿ ਅਕਾਲ ਪੁਰਖ ਤੋਂ ਵੱਖ ਹੈ ਹੀ ਨਹੀਂ ਸਨ। ਸਾਧ ਸੰਗਤ ਜੀ, ਸਤਿਗੁਰ ਨੇ ਜੋੜਾ ਗੰਢਿਆ। ਸਤਿਗੁਰ ਨੂੰ ਪਤਾ ਸੀ ਇਹ ਕਿੱਥੇ ਜਾ ਰਹੇ ਹਨ, ਤੇ ਸਤਿਗੁਰ ਨੇ ਫਿਰ ਵੀ ਪੁੱਛ ਲਿਆ, ਮਹਾਂਪੁਰਸ਼ੋ ਕਿੱਥੇ ਜਾ ਰਹੇ ਹੋ? ਤਾਂ ਬੜਾ ਕੌੜਾ ਜਿਹਾ ਮੂੰਹ ਕਰਕੇ ਪੰਡਿਤ ਗੰਗਾ ਰਾਮ ਆਖਦਾ ਹੈ, ਤੂੰ ਜੋੜੇ ਗੰਢ, ਆਪਣਾ ਕੰਮ ਕਰ। ਦਿਲ ਵਿੱਚ ਇਹ ਵੀ ਕਹਿੰਦਾ ਹੈ ਕਿ ਤੇਰੇ ਨਾਲ ਤਾਂ ਗੱਲ ਕਰਕੇ ਮੈਂ ਪਿੱਟਿਆ ਗਿਆ ਹਾਂ, ਕਿੱਥੇ ਮੈਂ ਉੱਚੀ ਜਾਤ ਦਾ, ਕਿੱਥੇ ਤੂੰ ਰਵਿਦਾਸ ਚਮਾਰ। ਸਤਿਗੁਰ ਨੇ ਜੋੜਾ ਗੰਢਿਆ ਤਾਂ ਉਸਨੇ ਆਖਿਆ ਗੰਗਾ ਰਾਮ ਨੇ ਕਿ ਮੈਂ ਗੰਗਾ ਤੇ ਇਸ਼ਨਾਨ ਕਰਨ ਜਾ ਰਿਹਾ ਹਾਂ। ਤੇ ਦਿਲ ਦੇ ਵਿੱਚ ਫਿਰ ਦੁਹਰਾ ਲਿਆ, ਕੋਈ ਨਹੀਂ, ਪਿੱਟਿਆ ਤੇ ਗਿਆ ਹੀ ਹਾਂ। ਉੱਥੇ ਪਹੁੰਚ ਕੇ ਆਪਣੇ ਆਪ ਹੀ ਗੰਗਾ ਮਾਤਾ ਨੇ ਮੈਨੂੰ ਪਵਿੱਤਰ ਕਰ ਦੇਣਾ ਹੈ। ਸਤਿਗੁਰ ਨੇ ਜੋੜਾ ਦਿੱਤਾ ਹੈ, ਵਧੀਆ ਗੰਢ ਦਿੱਤਾ ਹੈ ਕਿ ਹੁਣ ਕੋਈ ਪ੍ਰੋਬਲਮ ਨਾ ਰਹੇ। ਜੋੜਾ ਪਹਿਨ ਕੇ ਪੁੱਛਦਾ ਹੈ, ਕੀ ਕੀਮਤ ਹੈ? ਸਤਿਗੁਰ ਆਖਦੇ ਹਨ ਕਿ ਅਸੀਂ ਕਦੀ ਕੀਮਤ ਨਹੀਂ ਮੰਗੀ। ਤਾਂ ਇੱਕ ਦੰਬੜੀ ਕੱਢਦਾ ਹੈ ਜੇਬ ਦੇ ਵਿੱਚੋਂ, ਆਖਦਾ ਹੈ, ਫੜ ਦੰਬੜੀ, ਕਿਉਂਕਿ ਮੈਂ ਤੇਰੇ ਜਿਹੇ ਬੰਦੇ ਦੀ ਮਿਹਨਤ ਰੱਖਣੀ ਨਹੀਂ ਚਾਹੁੰਦਾ। ਸਤਿਗੁਰ ਆਖਦੇ ਹਨ ਕਿ ਗੰਗਾ ਰਾਮ ਜੀ, ਮਹਾਂਪੁਰਸ਼ੋ, ਇਹ ਜੋ ਦੰਬੜੀ ਤੁਸੀਂ ਮੈਨੂੰ ਦੇਣ ਲੱਗੇ ਹੋ, ਮੈਂ ਤਾਂ ਗੰਗਾ ਨਹੀਂ ਜਾ ਸਕਦਾ, ਪਰ ਤੁਸੀਂ ਏਦਾਂ ਕਰੋ, ਤੁਸੀਂ ਇਹ ਦੰਬੜੀ ਲੈ ਜਾਓ ਅਤੇ ਜਦੋਂ ਤੁਸੀਂ ਇਸ਼ਨਾਨ ਕਰੋਗੇ, ਤੁਸੀਂ ਆਪਣੀ ਭੇਟਾ ਗੰਗਾ ਮਾਂ ਨੂੰ ਅਰਪਣ ਕਰਨ ਲੱਗੋਗੇ ਨਾ, ਉਸ ਤੋਂ ਬਾਅਦ ਦੇ ਵਿੱਚ ਮੇਰੀ ਜਿਹੜੀ ਦੰਬੜੀ ਜੋ ਮੈਂ ਤੁਹਾਡੇ ਕੋਲੋਂ ਲੈਣੀ ਸੀ ਜਾਂ ਤੁਸੀਂ ਮੈਨੂੰ ਦੇਣੀ ਸੀ, ਉਹ ਦੰਬੜੀ ਜੋ ਹੈ ਗੰਗਾ ਮਾਤਾ ਨੂੰ ਹੱਥ ਜੋੜ ਕੇ ਕਹਿਣਾ, ਹੇ ਗੰਗਾ ਮਾਤਾ, ਇਹ ਜੋ ਦੰਬੜੀ ਹੈ ਤੇਰੇ ਪਿਆਰੇ ਭਗਤ ਰਵਿਦਾਸ ਨੇ ਤੈਨੂੰ ਤੁਸ਼ ਜੀ ਭੇਟਾ ਭੇਜੀ ਹੈ, ਇਹਨੂੰ ਸਵੀਕਾਰ ਕਰੋ ਮਾਤਾ। ਤੇ ਪੰਡਿਤ ਨੇ ਹੋਰ ਇਸ ਤਰ੍ਹਾਂ ਦਾ ਮੂੰਹ ਜਿਹਾ ਫਿਰ ਬਣਾਇਆ ਹੈ, ਆਖਦਾ ਹੈ, ਗੰਗਾ ਤਾਂ ਸਾਡੇ ਬ੍ਰਾਹਮਣਾਂ ਦੀ, ਸਾਡੀ ਉੱਚ ਜਾਤ ਵਾਲਿਆਂ ਦੀ ਦੇਵੀ ਹੈ, ਤੇਰੇ ਨਾਲ ਹੱਥ ਲਾਇਆ ਤੇ ਅਸੀਂ ਭਿੱਟ ਹੋ ਜਾਂਦੇ ਹਾਂ, ਤੇ ਗੰਗਾ ਮਾਤਾ ਤੇਰੀ ਦੰਬੜੀ ਲਏਗੀ। ਪਰ ਸਾਧ ਸੰਗਤ ਜੀ, ਅੰਦਰ ਦੀ ਪ੍ਰੀਤ ਜੋ ਹੈ ਕੋਈ ਨਹੀਂ ਜਾਣਦਾ। ਤਾਂ ਪਹਿਲਾਂ ਤਾਂ ਪੰਡਿਤ ਨੇ ਕਿਹਾ ਹੈ ਕਿ ਤੇਰੀ ਦੰਬੜੀ ਦੀ ਉੱਥੇ ਕੀ ਕੀਮਤ ਹੈ, ਤੇਰੀ ਜਾਤ ਛੋਟੀ ਹੋਣ ਕਰਕੇ
ਤੇਰਾ ਤਾਂ ਉੱਥੇ ਜਾਣ ਦਾ ਹੀ ਜੋ ਬਾਈਕਾਟ ਹੈ, ਤੇਰੇ ਨਾਲ ਤੇ ਲੋਕ ਪਿੱਟੇ ਜਾਂਦੇ ਹਨ, ਤੇਰੀ ਦਮੜੀ ਗੰਗਾ ਮਾਤਾ ਲੈ ਗਈ। ਸਾਧ ਸੰਗਤ ਜੀ, ਸਤਿਗੁਰ ਆਖਦੇ ਹਨ ਇਸ ਤਰ੍ਹਾਂ ਕਰਨਾ ਕਿ ਤੁਸੀਂ ਮੇਰੇ ਵੱਲੋਂ ਬੇਨਤੀ ਜ਼ਰੂਰ ਕਰ ਦੇਣੀ, ਤਾਂ ਪੰਡਤ ਆਖਦਾ ਹੈ ਮੈਂ ਕਰ ਦੂੰਗਾ, ਪਰ ਗੰਗਾ ਮਾਤਾ, ਮੈਂ ਤੈਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ, ਗੰਗਾ ਮਾਤਾ ਤੇਰੀ ਭੇਟ ਸਵੀਕਾਰ ਨਹੀਂ ਕਰੇ। ਸਤਿਗੁਰ ਆਖਦੇ ਹਨ ਕੋਈ ਗੱਲ ਨਹੀਂ ਮਹਾਂਪੁਰਸ਼ੋ, ਤੁਸੀਂ ਇੰਜ ਕਰਨਾ, ਤੁਸੀਂ ਗੰਗਾ ਮਾਈ ਨੂੰ ਉਹ ਬੇਨਤੀ ਕਰਨੀ ਕਿ ਗੰਗਾ ਮਾਈ, ਤੇਰੇ ਭਗਤ ਰਵਿਦਾਸ ਨੇ ਆ ਦਮੜੀ ਭੇਜੀ ਹੈ, ਤੇ ਇਹ ਦਮੜੀ ਜੋ ਹੈ ਤੁਸੀਂ ਆਪਣੀ ਬਾਂਹ ਕੱਢ ਕੇ ਲਵੋ। ਪੰਡਤ ਬੜਾ ਹੈਰਾਨ ਹੁੰਦਾ, ਹੱਸਦਾ ਵੀ ਹੈ, ਪਰ ਅੰਦਰੋਂ ਸੱਪ ਵਾਂਗੂ ਜ਼ਹਿਰ ਦਾ ਭਰਿਆ ਹੋਇਆ ਪੰਡਤ ਟੀਚਰ ਸਮਝ ਕੇ ਉੱਥੋਂ ਤੁਰ ਪੈਂਦਾ ਹੈ ਤੇ ਦਮੜੀ ਬੋਝੇ ਵਿੱਚ ਪਾ ਲੈਂਦਾ ਹੈ। ਉਹਦੇ ਨਾਲ ਦੇ ਜੋ ਜਥੇ ਵਾਲੇ ਲੋਕ ਹਨ, ਕਾਫੀ ਦੂਰ ਚਲੇ ਗਏ ਹਨ, ਪਿੱਛੇ ਰਹਿ ਗਿਆ ਹੈ। ਖੈਰ, ਆਖਰ ਉਹ ਵੀ ਗੰਗਾ ਤੇ ਪਹੁੰਚ ਗਿਆ ਹੈ। ਬੜੇ ਹੀ ਲੋਕ ਗੰਗਾ ਤੇ ਇਸ਼ਨਾਨ ਕਰਦੇ ਹੋਏ ਆਪਣੀਆਂ ਆਪਣੀਆਂ ਜੋ ਭੇਟਾਵਾਂ ਸਨ ਭੇਟ ਕਰ ਰਹੇ ਸੀ। ਪੰਡਤ ਨੇ ਇਸ਼ਨਾਨ ਕੀਤਾ ਅਤੇ ਵੇਦ ਮੰਤਰ ਪੜ੍ਹੇ, ਔਰ ਪੜ੍ਹਦੇ ਪੜ੍ਹਦੇ ਪੰਡਤ ਨੇ ਬੜੀਆਂ ਮੰਗਾਂ ਮੰਨੀਆਂ। ਆਖਰ ਆਪਣੀਆਂ ਮੰਗਾਂ ਮੰਨ ਕੇ ਪੰਡਤ ਨੇ ਸਤਿਗੁਰ ਰਵਿਦਾਸ ਮਹਾਰਾਜ ਜੀ ਵਾਲੀ ਦਮੜੀ ਜੋ ਯਾਦ ਆ ਗਈ, ਆਖਦਾ ਹੈ ਕਿ ਉਹ ਦਮੜੀ ਵੀ, ਚਲੋ ਕੋਈ ਗੱਲ ਨਹੀਂ ਹੈ, ਦਮੜੀ ਆਪਾਂ ਭੇਟ ਕਰ ਦਿੰਦੇ ਹਾਂ। ਦਮੜੀ ਜਾਣ ਲੱਗੇ ਨੇ, ਜਿੱਦਾਂ ਲਗਹਿਰੀ ਜੀ ਕੋਈ ਕਰਦਾ ਹੁੰਦਾ ਹੈ ਨਾ, ਉਹ ਦਮੜੀ ਕੱਢੀ ਤੇ ਇੱਕ ਪਾਸੇ ਜਿਹਾ ਹੋ ਕੇ ਵੀ ਕਿਤੇ ਰਵਿਦਾਸ ਦਾ ਨਾਮ ਹੀ ਮੈਨੂੰ ਭੇਟ ਨਾ ਦੇਵੇ, ਪਰ ਫਿਰ ਵੀ ਗੰਗਾ ਦੇ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਹੈ, ਗੰਗਾ ਮਾਤਾ, ਆ ਰਸਤੇ ਵਿੱਚ ਜੋ ਜੋੜੇ ਗੰਢਦਾ ਹੈ ਰਵਿਦਾਸ, ਉਸਨੇ ਦਮੜੀ ਭੇਜੀ ਹੈ, ਪਰ ਉਹ ਆਖਦਾ ਸੀ ਦਮੜੀ ਤਦ ਦੇਣੀ ਹੈ ਜੇਕਰ ਗੰਗਾ ਮਾਤਾ ਜੋ ਹੈ ਆਪਣਾ ਹੱਥ ਕੱਢ ਕੇ ਸਵੀਕਾਰ ਕਰੇ। ਮਜ਼ਾਕ ਵੀ ਸਮਝਦਾ ਹੈ। ਜਦੋਂ ਐਸਾ ਕਿਹਾ ਤਾਂ ਪੰਡਿਤ ਦੇਖਦਾ ਹੈ ਕਿ ਸਾਰਾ ਮਾਹੌਲ ਜੋ ਹੈ ਇਸ ਤਰ੍ਹਾਂ ਦਾ ਬਣ ਗਿਆ ਹੈ ਜਿਸ ਤਰ੍ਹਾਂ ਉਸਨੇ ਜ਼ਿੰਦਗੀ 'ਚ ਕਦੀ ਪਹਿਲਾਂ ਦੇਖਿਆ ਹੀ ਨਹੀਂ ਹੈ। ਪੰਡਿਤ ਬੜਾ ਹੈਰਾਨ, ਜਿਹੜੀ ਗੰਗਾ ਮਾਤਾ ਦੇ ਅੱਗੇ ਅਰਦਾਸ ਕੀਤੀ ਹੈ ਔਰ ਗੰਗਾ ਜੋ ਵਹਿ ਰਹੀ ਹੈ, ਪਹਿਲਾਂ ਇੱਕ ਜਲ ਦੀ ਨਦੀ ਦਿਖਾਈ ਦੇ ਰਹੀ ਸੀ, ਹੁਣ ਉਹ ਗੰਗਾ ਉਹਨੂੰ ਹੋਰ ਭਾਵਨਾ ਦੇ ਨਾਲ, ਹੋਰ ਦ੍ਰਿਸ਼ਟੀ ਦੇ ਨਾਲ ਹੋਰ ਸਾਹਮਣੇ ਨਜ਼ਰ ਆ ਰਹੀ ਹੈ। ਸਭ ਕੁਝ ਬਦਲ ਗਿਆ ਹੈ। ਸਤਿਗੁਰ ਰਵਿਦਾਸ ਦਾ ਨਾਮ ਸਾਧ ਸੰਗਤ ਜੀ ਸੁਣਦੀ ਹੋਈ ਗੰਗਾ ਦੇ ਵਿੱਚੋਂ ਇੱਕ ਬਹੁਤ ਹੀ ਪਿਆਰੀ ਬਾਂਹ ਨਿਕਲੀ ਹੈ। ਪੰਡਿਤ ਬੜਾ ਹੈਰਾਨ, ਬਈ ਕਮਾਲ ਹੈ, ਮੈਂ ਜ਼ਿੰਦਗੀ 'ਚ ਬੜੇ ਵੇਦ ਮੰਤਰ ਸ਼ਾਸਤਰ ਪੜ੍ਹੇ ਹਨ, ਮੈਨੂੰ ਤੇ ਅੱਜ ਤੱਕ ਗੰਗਾ ਕੀ ਕੁਛ ਵੀ ਨਹੀਂ ਦਿਖਾਈ ਦਿੱਤਾ। ਇਹ रविदास जी जो दमड़ी जो है, रविदास की पुकार कैसे सुनी।
ਉਹ ਵੀ ਜੋੜੇ ਗੰਢਣ ਵਾਲੇ ਦੀ। ਮੈਂ ਵੇਦਾਂ ਦਾ ਗਿਆਤਾ, ਵੇਦਾਂ ਨੂੰ ਐਨ ਘੋਲ ਕੇ ਪੀ ਗਿਆ ਹਾਂ। ਕਮਾਲ ਵਾਲੀ ਗੱਲ ਹੈ। ਪੰਡਿਤ ਬੜਾ ਹੈਰਾਨ ਵੀ ਹੁੰਦਾ ਹੈ, ਦੇਖਦਾ ਹੈ ਕਿ ਗੰਗਾ ਮਾਤਾ ਜਲ ਦੇ ਵਿੱਚੋਂ ਪੰਡਿਤ ਦੇ ਕੋਲ ਪਹੁੰਚ ਜਾਂਦੀ ਹੈ ਤੇ ਦੋਨੋਂ ਹੱਥ ਜੋੜ ਕੇ ਗੰਗਾ ਮਾਈ ਆਖਦੀ ਹੈ, ਮੇਰੇ ਪਿਆਰੇ ਭਗਤ ਰਵਿਦਾਸ ਨੇ ਮੇਰੇ ਵਾਸਤੇ ਦਮੜੀ ਭੇਜੀ ਹੈ। ਵਾਹ ਵਾਹ ਰਵਿਦਾਸ ਵਾਹ। ਦਮੜੀ ਦੋਨੋਂ ਹੱਥ ਲੈ ਕੇ ਮੱਥੇ ਨੂੰ ਲਾਉਂਦੀ ਹੋਈ ਗੰਗਾ ਮਾਤਾ ਉਹ ਬੜਾ ਹੀ ਪਿਆਰ ਜਤਾਉਂਦੀ ਹੈ। ਉਹ ਪੰਡਿਤ ਦੇਖ ਕੇ ਬੇਹੋਸ਼ ਹੋ ਕੇ ਡਿੱਗਣ ਵਾਲਾ ਹੋ ਜਾਂਦਾ ਹੈ ਕਿ ਗੰਗਾ ਮਾਤਾ ਭਾਗ ਚੰਗੇ ਹਨ ਕਿ ਸਤਿਗੁਰ ਦੀ ਦ੍ਰਿਸ਼ਟੀ ਦੇ ਨਾਲ ਗੰਗਾ ਦੇ ਦਰਸ਼ਨ ਉਹਨ ਵੀ ਕਰ ਲਏ। ਦੇਖਦਾ ਹੈ ਗੰਗਾ ਮਾਤਾ ਧੰਨ ਹੋ ਧੰਨ ਹੋ। ਤੇ ਆਖਰ ਦਮੜੀ ਲੈਣ ਤੋਂ ਬਾਅਦ ਚ ਗੰਗਾ ਮਾਤਾ ਦੇਖਦਾ ਹੈ ਪੰਡਿਤ ਕੇ ਗੰਗਾ ਮਾਤਾ ਆਖਦੀ ਹੈ, ਪੰਡਿਤ ਗੰਗਾ ਰਾਮ ਰਵਿਦਾਸ ਮੇਰੇ ਪਿਆਰੇ ਭਗਤ ਦੀ ਜੋ ਦਮੜੀ ਮੈਨੂੰ ਬਹੁਤ ਪਿਆਰੀ ਹੈ, ਬਹੁਤ ਹੀ ਪਿਆਰੀ। ਏਦਾਂ ਕਰ ਆ ਮੇਰੇ ਵੱਲੋਂ ਇੱਕ ਕੰਗਣ ਲੈ ਜਾ। ਇਹ ਜਾਂਦਾ ਹੋਇਆ ਰਵਿਦਾਸ ਨੂੰ ਕਹਿ ਦੇ ਕਿ ਗੰਗਾ ਮਾਤਾ ਨੇ ਤੈਨੂੰ ਪਿਆਰ ਦੀ ਨਿਸ਼ਾਨੀ ਭੇਜੀ ਹੈ। ਸਾਧ ਸੰਗਤ ਜੀ, ਪਿਆਰ ਕਰਨਾ ਸਿੱਖੋ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਸਿੱਖੋ। ਪਿਆਰ ਕਰੋਗੇ ਤਾਂ ਕੰਗਣ ਮਿਲ ਹੀ ਜਾਏਗਾ, ਪਰ ਪਿਆਰ ਤਾਂ ਹੋਣਾ ਚਾਹੀਦਾ ਹੈ। ਇਹ ਪੈਸਿਆਂ ਦੇ ਨਾਲ ਨਹੀਂ ਹੁੰਦਾ ਹੈ, ਧਨ ਦੌਲਤ ਦੇ ਨਾਲ ਨਹੀਂ ਹੁੰਦਾ ਹੈ। ਪਿਆਰ ਸ਼ਰਧਾ, ਇਹ ਤੁਹਾਡੀ ਲਗਨ ਤੁਹਾਡੇ ਹਿਰਦੇ ਤੋਂ ਉਪਜਦਾ ਹੈ। ਕੰਗਣ ਤਾਂ ਇੱਕ ਤਾਂ ਕੀ ਨਦੀਆਂ ਕੰਗਣਾਂ ਦੀਆਂ ਭਰੀਆਂ ਹੋਈਆਂ ਬਹਿ ਸਕਦੀਆਂ ਹਨ, ਪਰ ਸਤਿਗੁਰੂ ਰਵਿਦਾਸ ਜੈਸਾ ਪਿਆਰ ਹੋਣਾ ਚਾਹੀਦਾ। ਸਾਧ ਸੰਗਤ ਜੀ, ਪੰਡਿਤ ਨੇ ਕੰਗਣ ਫੜਿਆ ਹੈ। ਜਿਉਂ ਕੰਗਣ ਦੇਖਿਆ, हे ਮੇਰੇ ਰੱਬਾ, हे ਮੇਰੇ ਪ੍ਰਭੂ, ਐਸਾ ਕੰਗਣ ਤੇ ਕਦੀ ਸੁਪਨੇ ਵਿੱਚ ਵੀ ਨਹੀਂ ਸੀ ਦੇਖਿਆ। ਉੱਥੇ ਤਾਂ ਪੰਡਿਤ ਨੇ ਕੰਗਣ ਮੱਥੇ ਨੂੰ ਲਾਇਆ ਹੈ ਅਤੇ ਦੇਖਦੇ ਹੀ ਗੰਗਾ ਮਾਈ ਅਲੋਪ ਹੋ ਗਈ ਹੈ। ਕਿੰਨਾ ਹੀ ਚਿਰ ਹੋਸ਼ ਜਿਹੀ ਨਹੀਂ ਰਹੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਰਿਸ਼ਤਾ ਹੀ ਭੁੱਲ ਗਿਆ ਹੈ ਤੇ ਕੰਗਣ ਵੱਲ ਦੇਖੀ ਜਾਂਦਾ ਹੈ। ਸਾਧ ਸੰਗਤ ਜੀ, ਇੱਕ ਇੱਕ ਪਲ ਤੋਂ ਸਾਨੂੰ ਜੋ ਸਿੱਖਿਆ ਜੋ ਮਿਲਦੀ ਹੈ, ਉਹ ਸਾਡੇ ਜੀਵਨ ਦੇ ਵਿੱਚ ਇੱਕ ਪੌੜੀ ਬਣਦੀ ਹੈ, ਦਰਗਾਹ ਦੇ ਵਿੱਚ ਉੱਚਾ ਸਥਾਨ ਪਾਉਣ ਵਾਸਤੇ। ਹੋਸ਼ ਆਈ ਹੈ ਤਾਂ ਥੋੜਾ ਡਰ ਵੀ ਗਿਆ ਹੈ ਕਿ ਉਹਨਾਂ ਟਾਈਮਾਂ 'ਚ ਕਈ ਵਾਰੀ ਰਸਤੇ 'ਚ ਲੋਕਾਂ ਨੂੰ ਲੁੱਟ ਵੀ ਲੈਂਦੇ ਸਨ। ਐਸੇ ਲੋਕ ਖੜੇ ਹੁੰਦੇ ਸਨ। ਧੋਤੀ ਦੇ ਵਿੱਚ, ਲੜ ਦੇ ਵਿੱਚ ਕੰਗਣ ਲਪੇਟ ਲਿਆ ਹੈ ਤੇ ਇਕੱਲੇ ਹੀ ਪਰੇ ਇੱਕ ਪਾਸੇ, ਦੂਜਿਆਂ ਦੇ ਵਿੱਚ ਰਲਦਾ ਹੀ ਨਹੀਂ ਹੈ। ਉੱਥੋਂ ਤੁਰ ਪੈਂਦਾ ਹੈ। ਹੁਣ ਉਹ ਕਿਸ ਦੇ ਵਿੱਚ ਰਲਦਾ ਨਹੀਂ, ਇਕੱਲਾ ਹੀ ਤੁਰਿਆ ਜਾਂਦਾ ਹੈ। ਦਿਮਾਗ ਦੇ ਵਿੱਚ ਕੰਗਣ, ਦਿਮਾਗ ਦੇ ਵਿੱਚ ਕੰਗਣ, ਦਿਮਾਗ ਦੇ ਵਿੱਚ ਕੰਗਣ। ਸਤਿਗੁਰੂ ਰਵਿਦਾਸ ਜੀ ਨੂੰ ਭੁੱਲ ਗਿਆ ਹੈ। ਆਪਾਂ ਭੁੱਲ ਜਾਂਦੇ ਹਾਂ। ਸਮਾਂ ਐਸਾ ਆਇਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ
ਝੌਂਪੜੀ ਦੇ ਅੱਗੇ ਜਦੋਂ ਲੰਘਿਆ, ਥੋੜ੍ਹਾ ਜਿਹਾ ਪਰੇ ਦੀ ਹੋ ਕੇ ਲੰਘਿਆ ਕਿ ਕਿਤੇ ਪਛਾਣ ਨਾ ਲੈ, ਮੂੰਹ ਹੀ ਨਹੀਂ ਉੱਧਰ ਨੂੰ ਕਰਦਾ, ਇੱਦਾਂ ਜਾਂਦਾ ਹੈ ਜਿਵੇਂ ਅਸੀਂ ਕਈ ਵਾਰੀ ਬਹੁਤ ਅਜਿਹਾ ਕਰਦੇ ਹਾਂ ਕਿ ਆਪਣੀ ਪਹਿਚਾਣ ਛੁਪਾਉਂਦੇ ਹਾਂ, ਸਾਹਮਣੇ ਬੰਦਾ ਜਾਣ ਪਹਿਚਾਣ ਵਾਲਾ ਹੁੰਦਾ ਹੈ, ਇੱਦਾਂ ਕਰਦੇ ਹਾਂ ਕਿ ਸਾਨੂੰ ਉਹ ਦੇਖਦਾ ਹੀ ਨਹੀਂ। ਐਸੀ ਗਲਤੀ ਕਰਦਾ ਹੋਇਆ ਪੰਡਿਤ ਅੱਗੇ ਲੰਘ ਗਿਆ। ਸਫ਼ਰ ਲੰਬਾ ਸੀ, ਘਰ ਪਹੁੰਚਿਆ ਹੈ, ਕੰਗਣ ਜੋ ਹੈ ਛੁਪਾ ਕੇ ਲੈ ਗਿਆ ਹੈ ਘਰ। ਸੋਚ ਲਿਆ ਕਿ ਇਹ ਕੰਗਣ ਤਾਂ ਮੈਂ ਜਦੋਂ ਵੇਚਾਂਗਾ ਨਾ ਤਾਂ ਮਹੱਲ ਬਣਾ ਲਾਂਗਾ, ਘਰ ਦੇ ਵਿੱਚ ਗਾਂ ਵੀ ਆ ਜਾਏਗੀ, ਦੁੱਧ ਘਿਓ ਹੋ ਜਾਏਗਾ, ਬੱਚੇ ਜੋ ਹਨ ਐਸ਼ਾਂ ਕਰਨਗੇ, ਵਧੀਆ ਮਹੱਲ ਹੋਏਗਾ, ਨੌਕਰਾਣੀਆਂ ਆ ਜਾਣਗੀਆਂ, ਮਾਇਆ ਦੀ ਕਮੀ ਨਹੀਂ ਰਹੇਗੀ, ਪੈਸਾ ਹੀ ਪੈਸਾ। ਬੜੇ ਹੀ ਅੱਜ ਜਿੱਦਾਂ ਅਸੀਂ ਕਈ ਵਾਰੀ ਸੁਪਨੇ ਲੈ ਲੈਂਦੇ ਹਾਂ, ਪੰਡਿਤ ਨੇ ਸੁਪਨੇ ਲਏ। ਰਵਿਦਾਸ ਮਹਾਰਾਜ ਜੀ ਦੀ ਜੈ ਜੈ ਕਰਨ ਦੀ ਜਗ੍ਹਾ ਕੰਗਣ ਦੀ ਜੈ ਜੈ ਕਰ ਰਿਹਾ ਹੈ ਕਿ ਰਵਿਦਾਸ ਨੂੰ ਕੀ ਪਤਾ, ਘਰ ਕੁਝ ਹਨੇਰਾ ਹੋ ਗਿਆ ਹੈ। ਪਹੁੰਚਦੇ ਤਾਂ ਚੌੜ ਚ ਆਇਆ ਹੋਇਆ, ਕਿਉਂਕਿ ਜਦੋਂ ਬੁੱਧੀ ਭ੍ਰਿਸ਼ਟ ਹੁੰਦੀ ਹੈ ਫਿਰ ਬੰਦਾ ਇੱਧਰ ਉੱਧਰ ਦੇ ਹਰਕਤਾਂ ਐਸੀਆਂ ਕਰਦਾ ਹੈ ਜੋ ਉਸਦੇ ਜੀਵਨ ਨੂੰ ਬਹੁਤ ਗਿਰਾਵਟ ਵੱਲ ਲੈ ਜਾਂਦੀਆਂ ਹਨ। ਤੇ ਜਿਹੜਾ ਪੰਡਿਤ ਮਾੜੀ ਮੋਟੀ ਰੋਟੀ ਚੱਲਦੀ ਸੀ ਪਾਠ ਪੂਜਾ ਦੇ ਸਿਰ ਤੇ, ਹਨੇਰਾ ਜਿਹਾ ਹੋਇਆ ਹੈ ਤੇ ਪੰਡਤਾਣੀ ਨੂੰ ਕੰਗਣ ਕੱਢ ਕੇ ਦਿਖਾਉਂਦਾ ਹੈ, ਦੇਖ ਮੇਰੇ ਕੋਲ ਕਿੰਨਾ ਕੀਮਤੀ ਕੰਗਣ ਹੈ। ਧੋਤੀ ਚੋਂ ਜਿਉਂ ਕੰਗਣ ਕੱਢਿਆ, ਕਮਰੇ ਦੇ ਵਿੱਚ ਰੋਸ਼ਨੀ ਹੋ ਗਈ। ਸੁੰਦਰ ਕੰਗਣ ਝਲਕਾਂ ਮਾਰਦਾ ਹੋਇਆ, ਬਹੁਤ ਹੀ ਸੁੰਦਰ, ਜਿਹੜਾ ਕੋਈ ਕਦੀ ਖਾਬਾਂ ਵਿੱਚ ਵੀ ਦੇਖਿਆ ਨਹੀਂ ਹੁੰਦਾ। ਪੰਡਤਾਣੀ ਤਾਂ ਖੁਸ਼ ਹੋ ਗਈ। ਪੰਡਿਤ ਪਤੀ ਦੇਵ ਜੀ, ਜਿਹਨੇ ਅੱਜ ਤੱਕ ਕੰਗਣ ਦਾ ਕੀ ਕੋਈ ਨਕਲੀ ਵੰਗ ਵੀ ਨਹੀਂ ਦਿੱਤੀ, ਅੱਜ ਇੰਨਾ ਮਹਿੰਗਾ ਕੰਗਣ ਜੋ ਹੈ ਮੈਨੂੰ ਭੇਟ ਕੀਤਾ ਹੈ। ਵਾਹ ਮੇਰੇ ਪਤੀ ਦੇਵ ਜੀ। ਗੱਲਬਾਤ ਪੰਡਿਤ ਵੀ ਨਹੀਂ ਦੱਸਦਾ ਤੇ ਉਹਨੂੰ ਵੀ ਖੁਸ਼ੀ ਇੰਨੀ ਹੁੰਦੀ ਹੈ ਤੇ ਨਾ ਹੀ ਉਹ ਪੁੱਛਦੀ ਹੈ। ਪੰਡਿਤ ਆਖਦਾ ਹੈ, ਜਾ ਐਸ਼ ਕਰ, ਕੀ ਜਾਣੇਗੀ ਕਿ ਤੇਰਾ ਵੀ ਮੇਰੇ ਨਾਲ ਵਾਹ ਪਿਆ ਹੈ। ਅਮੀਰ ਬੰਦੇ ਨਾਲ ਹੰਕਾਰ ਵਿੱਚ ਮਨੁੱਖ ਗੱਲਾਂ ਕਰਨ ਲੱਗ ਪੈਂਦਾ ਹੈ। ਲੰਗਰ ਪਾਣੀ ਛਕਿਆ ਹੈ, ਘਰ ਦੀ ਛੱਤ ਦੇ ਉੱਤੇ ਡੇਰੇ ਲਾਏ ਹਨ, ਪੈ ਗਏ ਹਨ, ਪਰ ਸੋਚਾਂ ਦੇ ਵਿੱਚ ਮਹੱਲ ਬਣ ਗਏ ਹਨ, ਪਤਾ ਨਹੀਂ ਕੀ ਕੀ ਬਣ ਗਿਆ ਹੈ। ਅੰਧੇਰੀ ਰਾਤ, ਸੁੱਤਿਆਂ ਪਿਆਂ ਤੇ ਉੱਤੋਂ ਕੰਗਣ ਜੋ ਪੰਡਤਾਣੀ ਨੇ ਪਾਇਆ ਹੋਇਆ ਸੀ, ਕੱਪੜਾ ਉਸ ਤੋਂ ਲੈ ਗਿਆ ਤੇ ਉਸ ਦੀ ਰੋਸ਼ਨੀ ਜੋ ਹੈ ਉਹ ਇੰਨੀ ਪ੍ਰਕਾਸ਼ ਹੋ ਗਈ ਕਿ ਜਿਵੇਂ ਚੰਦ ਦੀ ਰੋਸ਼ਨੀ ਹੁੰਦੀ ਹੈ। ਬਹੁਤ ਵਧੀਆ ਰੋਸ਼ਨੀ, ਚੰਦ ਤੋਂ ਵੀ ਅਨਮੋਲ ਰੋਸ਼ਨੀ। ਉਹ ਰੋਸ਼ਨੀ ਦੇ ਨਾਲ ਸਾਰਾ ਇਲਾਕਾ ਜੋ ਹੈ ਚਮਕ ਰਿਹਾ ਹੈ। ਤਾਂ ਰਾਜੇ ਦੀ ਰਾਣੀ, ਉਸ ਦੀ ਅੱਖ ਖੁੱਲੀ ਹੈ, ਅਜੀਬ ਰੋਸ਼ਨੀ ਦੇ ਨਾਲ ਉਸ ਨੂੰ ਵੀ ਪਤਾ ਨਹੀਂ ਕੀ ਹੋ ਗਿਆ ਹੈ। ਆਖਦੀ ਹੈ, ਐਸੀ ਰੋਸ਼ਨੀ ਤਾਂ ਪਹਿਲਾਂ ਕਦੀ ਦੇਖੀ ਨਹੀਂ ਸੀ। ਰਾਜੇ ਨੂੰ ਉਠਾਉਂਦੀ ਹੈ, ਰਾਜਨ ਆ ਦੇਖੋ, ਚੰਦ ਚੜਿਆ ਨਹੀਂ ਹੈ ਤੇ ਰੋਸ਼ਨੀ
सारी जगमगा रही है। पंडित ने, राजे ने भी देखा तो राजा भी बड़ा हैरान है। एकदम अपने सिपा सलारां नूं हुक्म दिंदा है ਅਤੇ ਆਖਦਾ ਹੈ ਕਿ ਆ ਰੋਸ਼ਨੀ ਕਿੱਥੋਂ ਆ ਰਹੀ ਹੈ। ਮਹਾਰਾਜ ਸਾਨੂੰ ਨਹੀਂ ਪਤਾ, ਅਸੀਂ ਤਾਂ ਆਪ ਹੈਰਾਨ ਹਾਂ, ਜਾਓ ਪਤਾ ਕਰੋ। ਹੁਕਮ ਸੁਣ ਕੇ ਜੋ ਸਿਪਾ ਸਲਾਰ ਹਨ ਇੱਧਰ ਉੱਧਰ ਫਿਰਦੇ ਫਿਰਦੇ ਜਿੱਥੋਂ ਰੋਸ਼ਨੀ ਸ਼ੁਰੂ ਹੁੰਦੀ ਹੈ ਉੱਥੇ ਪਹੁੰਚ ਗਏ ਹਨ ਪੰਡਤ ਦੇ ਘਰ। ਜਦੋਂ ਦੇਖਿਆ ਹੈ ਉੱਥੇ ਤਾਂ ਰੋਸ਼ਨੀ ਉੱਥੋਂ ਸ਼ੁਰੂ ਹੁੰਦੀ ਹੈ, ਪ੍ਰਕਾਸ਼ ਹੀ ਪ੍ਰਕਾਸ਼, ਅਜੀਬ ਪ੍ਰਕਾਸ਼। ਤਾਂ ਪੰਡਤ ਨੂੰ ਜਦੋਂ ਪੜਤਾਲ ਕਰਦੇ ਹਨ ਤਾਂ ਪੰਡਤਾਣੀ ਦੇ ਜੋ ਬਾਂਹ ਦੇ ਵਿੱਚ, ਹੱਥ ਦੇ ਵਿੱਚ ਪਾਇਆ ਹੋਇਆ ਕੰਗਣ ਦੇਖ ਲੈਂਦੇ ਹਨ ਤੇ ਰਾਜੇ ਨੂੰ ਜਾ ਕੇ ਸੁਨੇਹਾ ਭੇਜ ਦਿੰਦੇ ਹਨ। ਕੁਝ ਉੱਥੇ ਖੜੇ ਹਨ, ਕੁਝ ਸਿਪਾ ਸਲਾਰ ਜਾ ਕੇ, ਤਾਂ ਰਾਜਾ ਆਖਦਾ ਹੈ ਕਿ ਇਹਨੇ ਕਿਤੇ ਉਹ ਕੰਗਣ ਚੋਰੀ ਕੀਤਾ ਹੈ, ਪਕੜ ਲਿਆਓ ਔਰ ਕੰਗਣ ਜੋ ਹੈ ਲੈ ਆਓ, ਮੇਰੀ ਰਾਣੀ ਨੂੰ ਕੰਗਣ ਪਸੰਦ ਹੈ। ਪੰਡਤ ਨੂੰ ਚੋਰ ਮਹਿਸੂਸ ਕਰਦੇ ਹੋਏ ਰਾਜੇ ਦੇ ਦਰਬਾਰ ਵਿੱਚ ਲੈ ਜਾਂਦੇ ਹਨ। ਰਾਤ ਹੀ ਹੈ ਤਾਂ ਉੱਥੇ ਪੜਤਾਲ ਕਰਦੇ ਹਨ। ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਮਾਰਦਾ ਹੈ, ਫਿਰ ਪੰਡਿਤ ਜੋ ਹੈ ਜਦੋਂ ਉਹਦੇ ਨਾਲ ਸਖਤਾਈ ਕੀਤੀ ਜਾਂਦੀ ਹੈ, ਕਿਉਂਕਿ ਰਾਜਾ ਵੀ ਸੋਚਦਾ ਹੈ ਕਿ ਕੰਗਣ ਇਸ ਕੰਗਾਲ ਕੋਲ ਕਿੱਥੋਂ ਹੋ ਸਕਦਾ ਹੈ, ਕਿ ਕਿਤੇ ਇਹਨੇ ਚੋਰੀ ਕੀਤਾ ਹੈ। ਤਾਂ ਦੋ ਚਾਰ ਛਿੱਤਰ ਜਦੋਂ ਪੈਂਦੇ ਹਨ ਤੇ ਪੰਡਿਤ ਆਖਣ ਲੱਗ ਪੈਂਦਾ ਹੈ, ਮਹਾਰਾਜ ਮੈਨੂੰ ਮਾਫ ਕਰ ਦਿਓ, ਇਹ ਤਾਂ ਪੰਡਿਤ, ਮੈਂ ਉੱਥੇ ਜਾ ਰਿਹਾ ਸਾਂ ਗੰਗਾ, ਸਾਰੀ ਕਹਾਣੀ ਸੁਣਾ ਦਿੱਤੀ ਕਿ ਉੱਥੇ ਜੋ ਰਸਤੇ ਵਿੱਚ ਜੋੜੇ ਗੰਢਦਾ ਹੋਇਆ ਇੱਕ ਰਵਿਦਾਸ ਨਾਮ ਦਾ ਸ਼ਖਸ ਹੈ, ਅਸਲ ਵਿੱਚ ਇਹ ਕੰਗਣ ਉਹਨੂੰ ਦੇਣਾ ਸੀ, ਗੰਗਾ ਮਾਤਾ ਨੇ ਦਿੱਤਾ ਹੈ। ਤਾਂ ਕੰਗਣ ਤਾਂ ਰਾਜਾ ਲੈ ਲੈਂਦਾ ਹੈ। ਰਾਣੀ ਕਹਿੰਦੀ ਹੈ ਇੱਕ ਕੰਗਣ ਨੂੰ ਮੈਂ ਕੀ ਕਰਾਂਗੀ, ਮੈਨੂੰ ਦੋ ਚਾਹੀਦੇ ਆ। ਪੰਡਿਤ ਫਸ ਗਿਆ ਹੈ, ਸ਼ਤਰੋਲ ਬੜਾ ਹੋਇਆ ਹੈ। ਉਹ ਆਖਦਾ, ਮਹਾਰਾਜ ਹੁਣ ਮੈਂ ਕਿੱਥੋਂ ਲਿਆਵਾਂਗਾ। ਰਾਜਾ ਆਖਦਾ ਹੈ ਕਿ ਪੰਡਤਾ ਇੱਕ ਗੱਲ ਹੈ, ਜਾਂ ਤਾਂ ਹੁਣ ਕੰਗਣ ਲਿਆ ਕੇ ਦੇ ਇੱਕ ਹੋਰ, ਜਾਂ ਫਿਰ ਤੈਨੂੰ ਫਾਂਸੀ ਤੇ ਲਟਕਾ ਦਿੱਤਾ ਜਾਏਗਾ। ਸਤ ਵਚਨ ਕਹਿ ਕੇ ਜਾਨ ਛਡਾਉਂਦਾ ਹੈ ਕਿ ਕਿਸ ਤਰੀਕੇ ਇੱਥੋਂ ਜਾਨ ਛੁੱਟ ਜਾਏ, ਤੇ ਉੱਥੋਂ ਛੂਟ ਬਚ ਕੇ ਆਪਣੇ ਘਰ ਚਲੇ ਜਾਂਦਾ ਹੈ। ਸਰੀਰ ਤੇ ਜੋ ਡੰਡੇ ਪਏ ਸਨ, ਦਰਦ ਵੀ ਕਰ ਰਹੇ ਸੀ। ਪੰਡਤਾਣੀ ਨੂੰ ਆਖਦਾ ਹੈ, ਪੰਡਤਾਣੀਏ ਫੱਟੀ ਬਿਸਤਰਾ ਕਰ ਲੈ ਗੋਲ, ਇਸ ਤੋਂ ਪਹਿਲਾਂ ਕਿ ਰਾਜਾ ਸਵੇਰੇ ਫਾਂਸੀ ਚਾੜਦਾ ਹੈ, ਆਪਾਂ ਇੱਥੋਂ ਭੱਜ ਚਲੀਏ। ਹੁਣ ਕੰਗਣ ਕਿੱਥੋਂ ਲਿਆਵਾਂਗਾ, ਮੈਂ ਤਾਂ ਪਹਿਲਾਂ ਹੀ ਰਵਿਦਾਸ ਨਾਲ ਧੋਖਾ ਕਰ ਬੈਠਾ। ਤਾਂ ਬੜੀ ਵਿਚਾਰ ਕਰਦੇ ਹਨ, ਪਰ ਉੱਥੋਂ ਖਿਸਕਣਾ ਚਾਹੁੰਦਾ ਹੈ। ਤਾਂ ਪੰਡਤਾਣੀ ਆਖਦੀ ਹੈ, ਦੇਖ ਇਹ ਰਵਿਦਾਸ ਜਿਹਨੂੰ ਗੰਗਾ ਮਾਤਾ ਨੇ ਕੰਗਣ ਦਿੱਤਾ ਹੈ ਨਾ, ਕੋਈ ਐਸਾ ਵੈਸਾ ਬੰਦਾ ਨਹੀਂ ਹੋ ਸਕਦਾ, ਬਹੁਤ ਕੋਈ ਪਹੁੰਚਿਆ ਹੋਇਆ ਮਹਾਤਮਾ ਹੈ। ਇੱਕੋ ਹੀ ਰਸਤਾ ਹੈ, ਜਾ ਕੇ ਉੱਥੋਂ ਮਾਫੀ ਮੰਗ ਲੈ ਅਤੇ ਉਹਨੂੰ ਇਹ ਵੀ ਦੱਸ ਵੀ ਆਹ ਗੱਲ ਹੋ ਗਈ ਹੈ, ਮੈਨੂੰ ਇੱਕ ਹੋਰ ਕੰਗਣ ਚਾਹੀਦਾ ਹੈ। ਮਰਦਾ ਕੀ ਨਹੀਂ ਕਰਦਾ। ਮੂੰਹ ਨੇਰੇ ਹੀ ਤੁਰ ਪਿਆ ਹੈ। ਫਿਰ ਸਫ਼ਰ ਕਰਦਾ ਕਰਦਾ ਸਮੇਂ ਅਨੁਸਾਰ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਪਹੁੰਚ ਜਾਂਦਾ ਹੈ। ਉਹ ਰਾਜ ਦਰਬਾਰ ਜਿਹਨੂੰ ਕਹਿ ਲਓ, ਕੀ ਕਹਿ ਲਓ, ਹੋਰ ਕੋਈ ਲਫ਼ਜ਼ ਹੈ ਅਜਿਹਾ, ਜਿੱਥੇ ਰਾਜੇ ਦੇ ਖਜ਼ਾਨਿਆਂ ਤੋਂ ਵੀ ਮਹਿੰਗੇ ਕੰਗਣ ਜੋ ਹਨ, ਵਸਤੂਆਂ ਹਨ, ਹੀਰੇ ਹਨ, ਜਵਾਹਰਾਤ,
ਉਸ ਝੌਂਪੜੀ ਦੇ ਵਿੱਚ। ਜਿਹੜਾ ਪੰਡਤ ਕਹਿੰਦਾ ਸੀ ਮੈਂ ਭਿੱਟ ਹੋ ਜਾਵਾਂਗਾ, ਔਰ ਗੰਗਾ ਇਸ਼ਨਾਨ ਵੀ ਭਿੱਟ ਹੋਣ ਵਾਲਾ ਟੰਟਾ ਮੁਕਾਉਣ ਵਾਸਤੇ ਉਸਨੇ ਕੀਤਾ ਹੈ, ਹੁਣ ਸਿੱਧਾ ਹੀ ਬੇਹੋਸ਼ ਹੋ ਕੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਢਹਿ ਪੈਂਦਾ ਹੈ। ਮੈਨੂੰ ਮਾਫ ਕਰੋ, ਮੈਨੂੰ ਮਾਫ ਕਰੋ। ਰੋ ਰੋ ਕੇ ਦੱਸਦਾ ਹੈ ਕਿ ਜਾਂ ਤਾਂ ਫਾਂਸੀ ਜਾਂ ਫਿਰ ਇੱਕ ਹੋਰ ਕੰਗਣ। ਰਵਿਦਾਸ, ਹੁਣ ਤੁਸੀਂ ਬਚਾ ਸਕਦੇ ਹੋ, ਮੇਰੇ ਤੋਂ ਬੜੀ ਭਾਰੀ ਅਵਗਿਆ ਹੋ ਗਈ ਹੈ, ਬੜੀ ਗਲਤੀ ਮੈਂ ਕੀਤੀ ਹੈ। ਸਾਧ ਸੰਗਤ ਜੀ, ਇੱਥੇ ਦੱਸਣਾ ਜ਼ਰੂਰੀ ਹੈ, ਸਾਡੇ ਕੋਲ ਜੀਵਨ ਦੇ ਵਿੱਚ ਬੜੀਆਂ ਸਤਿਗੁਰ ਦੇ ਪ੍ਰਤੀ ਗਲਤੀਆਂ ਵੀ ਹੋ ਜਾਂਦੀਆਂ ਹਨ, ਪਰ ਸਤਿਗੁਰੂ ਪਿਤਾ ਜੋ ਹੈ ਉਹ ਸਦਾ ਬਖਸ਼ਣਹਾਰ ਹੈ, ਉਹ ਤੇ ਪਾਪੀਆਂ ਨੂੰ ਵੀ ਬਖਸ਼ ਦਿੰਦਾ ਹੈ। ਜਿਹੜਾ ਡੁੱਬਦਿਆਂ ਪੱਥਰਾਂ ਨੂੰ ਉਤਾਰਦਾ, ਐਸਾ ਰਵਿਦਾਸ ਗੁਰੂ ਕਦੀ ਪੱਥਰ ਤਰਦੇ ਦੇਖਿਆ? ਉਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਰੋ ਰੋ ਕੇ ਪੰਡਤ ਦਾ ਬੁਰਾ ਹਾਲ ਹੋ ਗਿਆ ਹੈ। ਦਇਆ ਦੇ ਸਮੁੰਦਰ ਸਤਿਗੁਰੂ ਆਖਦੇ ਹਨ, ਪੰਡਤ ਜੀ ਕੋਈ ਗੱਲ ਨਹੀਂ ਹੈ, ਅਸੀਂ ਕੰਗਣਾ ਤੋਂ ਕੀ ਲੈਣਾ ਹੈ, ਤੈਨੂੰ ਇੱਕ ਹੋਰ ਕੰਗਣ ਚਾਹੀਦਾ ਹੈ? ਹਾਂ ਮਹਾਰਾਜ। ਕੋਈ ਗੱਲ ਨਹੀਂ ਭਾਈ, ਤੂੰ ਦਰਬਾਰ ਆਇਆ ਹੈ। ਇੱਧਰ ਉੱਧਰ ਦੇਖਦਾ ਹੈ ਪੰਡਤ, ਇਹ ਕੈਸਾ ਦਰਬਾਰ ਹੈ? ਆ ਦੋ ਚਾਰ ਟੁੱਟੇ ਹੋਏ ਜੋੜੇ ਪਏ ਹਨ, ਕੁਛ ਕੰਤਰਾਂ ਪਈਆਂ ਹਨ ਚਮੜੇ ਦੀਆਂ, ਰੰਬੀ, ਆਰ, ਪੱਥਰੀ, ਆਹ ਚੀਜ਼ਾਂ ਹਨ, ਇੱਥੇ ਤਾਂ ਕੁਛ ਹੋਰ ਹੈ ਹੀ ਨਹੀਂ। ਕੈਸਾ ਦਰਬਾਰ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ। ਹਾਂ ਮਹਾਰਾਜ, ਮੇਰੀ ਜਾਨ ਬਚਾਓ। ਤਾਂ ਸਤਿਗੁਰ ਆਖਦੇ ਹਨ, ਗੰਗਾ ਰਾਮ ਪੱਥਰੀ ਚੱਕਦੇ ਹਨ ਜਿਸ ਤੇ ਜੋੜੇ ਗੰਢਦੇ ਹਨ ਨਾ, ਆ ਦੇਖੋ ਪੰਡਿਤ ਜੀ, ਪੱਥਰੀ ਚੱਕੀ ਹੈ, ਥੱਲੇ ਗੰਗਾ ਵਹਿ ਰਹੀ ਹੈ। ਉਹੀ ਗੰਗਾ ਜਿਹੜੀ ਉੱਥੇ ਦੇਖ ਕੇ ਆਇਆ ਹੈ, ਪੱਥਰੀ ਦੇ ਥੱਲੇ ਵਹਿ ਰਹੀ ਹੈ। ਪੰਡਤ ਦਾ ਜੋ ਕਪਾਲ ਹੈ, ਚੱਕਰ ਕੱਟ ਕੱਟ ਕੇ ਉਸ ਨੂੰ ਸਮਝ ਨਹੀਂ ਆਉਂਦੀ ਹੈ ਕਿ ਕੀ ਹੋ ਰਿਹਾ ਹੈ। ਮਹਾਰਾਜ ਮੈਨੂੰ ਬਖਸ਼ ਦਿਓ। ਕੰਗਣ ਕੰਗਣ ਕਰੀ ਜਾਂਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਆਖਦੇ ਹਨ, ਜਾ ਭਾਈ, ਥੱਲੇ ਜਾ ਕੇ ਕੰਗਣ ਆਪਣਾ ਜਿੱਦਾਂ ਦਾ ਤੈਨੂੰ ਚਾਹੀਦਾ ਹੈ ਲੈ ਆਓ। ਥੱਲੇ ਉਤਰ ਜਾਂਦਾ ਹੈ, ਦੇਖਦਾ ਹੈ ਇੱਕ ਨਹੀਂ ਲੱਖਾਂ ਹੀ ਕੰਗਣ, ਸੁੰਦਰ ਤੋਂ ਸੁੰਦਰ, ਸੁਪਨਿਆਂ ਤੋਂ ਉੱਪਰ ਗੰਗਾ ਦੇ ਵਿੱਚ ਬਹਿ ਰਿਹਾ, ਔਰ ਵਿੱਚ ਇਕੱਲਾ ਹੀ ਪੰਡਤ ਖੜਾ ਹੈ। ਅੱਜ ਦਾ ਸੁਪਨਾ ਤੇ ਉਸ ਤੋਂ ਵੀ ਪਹਿਲਾਂ ਵਾਲੇ ਤੋਂ ਵੀ ਉੱਪਰ ਖਤਰਨਾਕ ਹੋ ਗਿਆ ਹੈ। ਮਨੁੱਖ ਦੀ ਇਹ ਤਸਵੀਰ ਹੈ, ਬੜੀ ਛੇਤੀ ਭੁੱਲਦਾ ਹੈ ਪਰਉਪਕਾਰਾਂ ਨੂੰ। ਹੁਣ ਸੋਚਦਾ ਹੈ ਕਿ ਰਵਿਦਾਸ ਤਾਂ ਉੱਪਰ ਬੈਠੇ ਹਨ, ਇੱਥੇ ਕਿਹੜਾ ਕੋਈ ਦੇਖਦਾ ਹੈ। ਇੱਕ ਉਸ ਤਰ੍ਹਾਂ ਦਾ ਮਿਲਦਾ ਜੁਲਦਾ ਕੰਗਣ ਚੱਕ ਲਿਆ ਹੈ, 5-7 ਹੋਰ ਕੰਗਣ ਜੋ ਹੈ ਇੱਧਰ ਉੱਧਰ ਦੇਖ ਕੇ ਕਿ ਇੱਥੇ ਕੋਈ ਨਹੀਂ ਦੇਖਦਾ, ਤੇ ਆਪਣੀ ਧੋਤੀ ਦੇ ਲੜ ਦੇ ਵਿੱਚ ਛੁਪਾ ਲਿਆ। ਆਖਦਾ ਹੈ, ਅੱਗੇ ਤਾਂ ਇੱਕ ਕੰਗਣ ਤੇ ਮਾਰ ਸੀ, ਹੁਣ ਤਾਂ ਮੇਰੇ ਕੋਲ ਆਹ ਦੇ ਦਿਆਂਗਾ ਰਾਜੇ ਨੂੰ, ਆ 4-5 ਜੋ ਹਨ, ਬੜਾ ਹੀ ਹੁਣ ਤੇ ਮਾਲ ਹੱਥ ਆ ਜਾਏਗਾ।
ਤੇ ਉੱਥੋਂ ਬਾਹਰ ਨਿਕਲ ਆਇਆ ਹੈ। ਸਤਿਗੁਰ ਆਖਦੇ ਹਨ, ਭਾਈ ਜਾ, ਤੇਰਾ ਕਾਰਜ ਪੂਰਾ ਹੋਏ ਔਰ ਅਕਾਲ ਪੁਰਖ ਨੂੰ ਯਾਦ ਰੱਖਣਾ ਹੈ। ਹੁਣ ਫਿਰ ਪੰਡਤ ਦੀ ਬਿਰਤੀ ਬਦਲ ਗਈ ਹੈ, ਜਲਦੀ ਜਲਦੀ ਖਿਸ ਗਿਆ ਹੈ ਉੱਥੋਂ। ਠੀਕ ਹੈ ਮਹਾਰਾਜ, ਠੀਕ ਹੈ ਮਹਾਰਾਜ, ਦੁੜੰਗੇ ਮਾਰਦਾ ਹੋਇਆ, ਪਰ ਉਹਨੂੰ ਜਿਹੜੀਆਂ ਰਾਤ ਨੂੰ ਜੋ ਰਾਜੇ ਵੱਲੋਂ ਸਜ਼ਾ ਦਿੱਤੀ ਗਈ ਸੀ ਉਹ ਹਲੇ ਰੜਕ ਰਹੀ ਹੈ। ਪਹੁੰਚ ਗਿਆ ਹੈ ਘਰ ਤੇ ਰਾਜੇ ਨੂੰ ਕੰਗਣ ਦੇਣ ਚਲੇ ਗਿਆ ਹੈ। ਰਾਣੀ ਨੇ ਕੰਗਣ ਲਿਆ ਤੇ ਬਹੁਤ ਹੀ ਖੁਸ਼ ਕਿ ਜੋੜਾ ਬਣ ਗਿਆ ਹੈ। ਹੁਣ ਰਾਜਾ ਆਖਦਾ ਹੈ ਕਿ ਠਹਿਰ ਜਾ। ਪੰਡਤ ਸੋਚਦਾ ਹੈ ਕਿਤੇ ਹੋਰ ਨਾ ਕੁਛ ਮੰਗ ਲੈ, ਹੁਣ ਮੇਰੇ ਕੋਲ ਜਿਹੜੇ ਹੈਗੇ ਕਿਤੇ ਇਹ ਵੀ ਨਾ ਖੋਹ ਲੈ। ਨਹੀਂ ਮਹਾਰਾਜ, ਨਹੀਂ ਮਹਾਰਾਜ, ਆਖਦਾ ਹੋਇਆ ਉੱਥੋਂ ਪੱਲਾ ਛਡਾ ਕੇ ਜੋ ਰਾਜੇ ਨੇ ਦਾਨ ਦੇਣਾ ਸੀ, ਕੰਗਣਾ ਦਾ ਜੋ ਪੈਸਾ ਦੇਣਾ ਸੀ ਉਸਨੂੰ, ਉਹ ਡਰ ਇੰਨਾ ਗਿਆ ਹੈ ਕਿ ਮੇਰੇ ਕੋਲ ਜੋ ਕੰਗਣ ਹੈ ਉਹ ਵੀ ਨਾ ਚਲੇ ਜਾਣ, ਦੂਸਰਾ ਕਿਤੇ ਰਾਜਾ ਕੋਈ ਹੋਰ ਪੰਗਾ ਨਾ ਪਾ ਦੇ ਕਿ ਕਿੱਥੋਂ ਲੈ ਕੇ ਆਇਆ। ਉੱਥੋਂ ਜੀ ਫਿਰ ਭੱਜ ਆਇਆ। ਕੰਗਣਾ ਦੇ ਜੋ 4-5 ਉਹਦੇ ਕੋਲ ਹੋਰ ਹਿੱਸੇ ਸਨ, ਉਹ ਹਵਾ ਚ ਉਹਨੂੰ ਉਡਾਉਂਦੇ ਵਾਪਸ ਲਿਆ ਰਹੇ ਹਨ। ਅਣ ਕੇ ਪੰਡਤਾਣੀ ਨੂੰ ਜੱਫੀ ਪਾਈ ਹੈ ਤੇ ਆਲੇ ਦੁਆਲੇ ਘੁਮਾਇਆ ਹੈ। ਵਾਹ 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 ਵਾਹ। ਹੁਣ ਤਾਂ ਇੱਕ ਦੀ ਜਗ੍ਹਾ ਤੇ 4-5 ਕੰਗਣ ਵਾਧੂ ਹੋ ਗਏ ਨੇ ਆਪਣੇ ਕੋਲ। ਹੁਣ ਐਸ਼ ਕਰਾਂਗੇ, ਰਾਜਾ ਮਹਾਰਾਜਾ ਜੈਸੀ ਐਸ਼। ਤੇ ਪੰਡਤਾਣੀ ਪੁੱਛਦੀ ਹੈ ਕਿਵੇਂ? ਤਾਂ ਆਖਦਾ ਹੈ ਹੁਣ ਮੇਰੇ ਕੋਲ ਬੜੇ ਕੰਗਣ ਹਨ, ਵਿਖਾ ਤਾਂ ਸਹੀ। ਪੰਡਤਾਣੀ ਆਖਦੀ ਹੈ, ਲੈ ਕਮਲੀਏ, ਤੈਨੂੰ ਮੇਰੇ ਤੇ ਯਕੀਨ ਨਹੀਂ ਹੈ? ਨਹੀਂ ਨਹੀਂ ਮਹਾਰਾਜ, ਪਤੀ ਦੇਵ, ਮੈਨੂੰ ਤੇਰੇ ਤੇ ਯਕੀਨ ਹੈ, ਮੈਂ ਉਤਾਵਲੀ ਹਾਂ ਦੇਖਣ ਵਾਸਤੇ। ਉਹ ਜੀ ਧੋਤੀ ਦਾ ਲੜ ਜਦੋਂ ਫੜਦਾ ਹੈ ਖੋਲਣ ਵਾਸਤੇ, ਉਹਨੂੰ ਲੱਗਦਾ ਹੈ ਕਿ ਉਹੋ ਜਿਹੀ ਗੱਲ ਨਹੀਂ ਲੱਗਦੀ ਹੈ। ਫਿਰ ਸੋਚਦਾ ਹੈ ਕਿ ਮੈਨੂੰ ਭੁਲੇਖਾ ਨਾ ਲੱਗਦਾ ਵੀ ਲੜ ਖੋਲਿਆ ਹੈ ਤਾਂ ਕੰਗਣ ਉੱਥੇ ਹੈ ਹੀ ਨਹੀਂ। ਹੈ ਕਿੱਥੇ? ਉਹ ਦੂਸਰੇ ਪਾਸੇ ਦੂਸਰੇ ਲੜ ਵਿੱਚ ਹੋਣਗੇ ਸ਼ਾਇਦ। ਦੂਜਾ ਲੜ ਖੋਲਿਆ ਹੈ, ਉੱਥੇ ਵੀ ਕੰਗਣ ਨਹੀਂ ਹੈ। ਹੈਰਾਨ ਹੈ ਪੰਡਤ ਕਿ ਇਹ ਕਿੱਦਾਂ ਹੋ ਗਿਆ। ਮੈਂ ਆਪ 5-4 ਕੰਗਣ ਉਹਦੇ ਵਿੱਚ ਲੁਕੋਏ ਸਨ ਰਵਿਦਾਸ ਤੋਂ ਚੋਰੀ। ਤਾਂ ਸਾਧ ਸੰਗਤ ਜੀ ਫਿਰ ਵੀ ਹਾਰਦਾ ਨਹੀਂ ਹੈ, ਸੋਚਦਾ ਹੈ ਕਿ ਸ਼ਾਇਦ ਇੱਧਰ ਉੱਧਰ ਕਿਤੇ ਧੋਤੀ ਦੇ ਵਿੱਚ ਹੀ ਹੋਣਗੇ। ਧੋਤੀ ਲਾ ਦਿੰਦਾ ਹੈ। ਅੱਜ ਤੇ ਮਨੁੱਖ ਦੀ ਤਰ੍ਹਾਂ ਬੇਸ਼ਰਮ ਹੋ ਜਾਂਦਾ ਹੈ। ਕਿਉਂਕਿ ਦਿਲ ਦੇ ਵਿੱਚ ਪਾਪ ਛੁਪੇ ਹਨ, ਉਹ ਸਾਡੇ ਕਰਮ ਜਾਲ ਦਿੰਦੇ ਹਨ। ਸਾਧ ਸੰਗਤ ਜੀ ਇਸ ਗੱਲ ਨੂੰ ਯਾਦ ਰੱਖਣਾ, ਮਤ ਭੁੱਲਣਾ। ਧੋਤੀ ਝਾੜ ਕੇ ਵੀ ਇੱਧਰ ਉੱਧਰ ਫਿਰ ਵੀ ਦੇਖਦਾ ਹੈ ਕਿਤੇ ਫਸੇ ਨਾ ਹੋਣ, ਅੜੇ ਨਾ ਹੋਣ, ਪਰ ਕੁਝ ਨਹੀਂ ਮਿਲਦਾ। ਸਤਿਗੁਰੂ ਰਵਿਦਾਸ ਨਾਲ ਧੋਖਾ ਕੀਤਾ ਹੈ, ਗੰਗਾ ਮਾਈ ਨਾਲ ਧੋਖਾ ਕੀਤਾ ਹੈ, ਉਹਦੇ ਵੱਟੇ ਤੈਨੂੰ ਕੁਝ ਨਹੀਂ ਮਿਲਿਆ। ਰਾਜੇ ਦੇ ਪੁਲਿਸ ਵਾਲਿਆਂ ਤੋਂ ਹੱਡੀਆਂ ਵੀ ਤੁੜਵਾਈਆਂ ਹਨ। ਰਾਜੇ ਨੇ ਤੈਨੂੰ ਕੀਮਤ ਦੇਣੀ ਸੀ ਕੰਗਣਾਂ ਦੀ, ਉਹ ਵੀ ਨਹੀਂ ਲਈ ਹੈ। ਹੁਣ ਚੋਰੀ ਕੀਤੇ ਕੰਗਣ ਵੀ ਗਾਇਬ ਹੋ ਗਏ ਹਨ। ਤਾਂ ਸਿਰ ਦੇ ਵਾਲ ਪੁੱਟ-ਪੁੱਟ ਕੇ ਪੱਟਾਂ ਤੇ ਹੱਥ ਮਾਰਦਾ ਹੈ, ਰੋਂਦਾ ਹੈ। ਨਾਲ ਹੀ ਪੰਡਤਾਣੀ ਵੀ ਰੋਣ ਲੱਗ ਪਈ ਹੈ। ਸਾਧ ਸੰਗਤ ਜੀ ਅਕਸਰ ਵੇਦਾਂ ਦਾ
ਜਾਣੂ ਸੀ। ਬੰਦਾ ਅਗਿਆਨਤਾ ਦੇ ਵਿੱਚ ਬਹੁਤ ਕੁਝ ਕਰ ਲੈਂਦਾ ਹੈ। ਪੜ੍ਹੇ ਲਿਖੇ ਮਨੁੱਖ, ਗਿਆਨਵੰਤ ਵੀ ਐਸੀਆਂ ਗਲਤੀਆਂ ਕਰ ਲੈਂਦੇ ਹਨ। ਹੁਣ ਦਿਮਾਗ ਦੇ ਵਿੱਚ ਆ ਗਿਆ ਹੈ ਕਿ ਪਹਿਲਾਂ ਜੋੜਾ ਗੰਢਾਉਣ ਮੌਕੇ ਵੀ ਰਵਿਦਾਸ ਪ੍ਰਤੀ ਜੋ ਭਾਵਨਾ ਸੀ ਮੈਂ ਮੰਦੀ ਰੱਖੀ ਹੈ। ਕੰਗਣ ਉੱਥੋਂ ਚੋਰੀ ਕਰਕੇ ਮੰਦੀ ਭਾਵਨਾ ਬਣਾਈ ਹੈ। ਉਹਦਾ ਨਤੀਜਾ ਕੀ ਨਿਕਲਿਆ ਹੈ? ਰਵਿਦਾਸ ਦੇ ਦੁਆਰੇ ਫਿਰ ਗਿਆ ਹਾਂ ਤੇ ਖਾਲੀ ਝੋਲੀ ਨਹੀਂ ਮੁੜਿਆ ਹਾਂ, ਪਰ ਚਲਾਕੀ ਕਰਕੇ ਮੈਂ ਕਿੱਥੇ ਖੜਾ ਹਾਂ ਇਸ ਮੌਕੇ। ਰੋਂਦਾ ਹੈ ਕਿ ਰਵਿਦਾਸ ਮੈਨੂੰ ਮਾਫ ਕਰ, ਮੇਰੇ ਕੋਲੋਂ ਗਲਤੀਆਂ ਹੋ ਗਈਆਂ ਹਨ। ਤਾਂ ਸਤਿਗੁਰ ਤਾਂ ਬਖਸ਼ਣਹਾਰ ਹਨ। ਸਤਿਗੁਰ ਉਸ ਦੀਆਂ ਭੁੱਲਾਂ, ਗਲਤੀਆਂ ਮਾਫ ਕਰ ਦਿੰਦੇ ਹਨ। ਪਰ ਹੁਣ ਉਹੋ ਜਿਹੀ ਕਿਰਪਾ ਨਹੀਂ ਹੁੰਦੀ ਹੈ। ਇੰਨਾ ਹੀ ਬਹੁਤ ਹੈ ਕਿ ਮਾਫ ਹੀ ਤੈਨੂੰ ਕਰ ਦਿੱਤਾ। ਆਪਣਾ ਵਿਸ਼ਵਾਸ ਤੂੰ ਗਵਾ ਲਿਆ ਹੈ। ਇਹ ਅੱਜ ਦੇ ਮਨੁੱਖ, ਗੁਰੂ ਕੰਗਣ ਦਿੰਦਾ ਹੈ ਤਾਂ ਕੰਗਣ ਲੈ ਕੇ ਬੇਮੁਖ ਹੋ ਕੇ ਰਾਜੇ ਤੋਂ ਵੀ ਛਿੱਤਰ ਖਾਣੇ ਹਨ। ਆਪਣੇ ਸੁਪਨੇ ਵੀ ਤੋੜਨੇ ਹਨ। 84 ਲੱਖ ਦੇ ਚੱਕਰਾਂ ਦੇ ਵਿੱਚ ਤੂੰ ਫਿਰ ਗਦੀ ਗਿੜ ਪੈ ਰਹਿਣਾ ਹੈ ਤਾਂ ਕਰ ਲੈ। ਜੇ ਤੈਨੂੰ ਸਤਿਗੁਰ ਦੀ ਕਿਰਪਾ ਚਾਹੀਦੀ ਹੈ ਤਾਂ ਉਹ ਕੰਗਣ ਤੈਨੂੰ ਜੋ ਮਿਲਿਆ ਹੈ ਨਾ ਗੰਗਾ ਮਾਤਾ ਤੋਂ, ਉਹ ਲਿਆ ਕੇ ਸਤਿਗੁਰ ਰਵਿਦਾਸ ਦੇ ਚਰਨਾਂ ਦੇ ਵਿੱਚ ਰੱਖ, ਤਾਂ ਜੋ ਤੈਨੂੰ ਸਤਿਗੁਰੂ ਵੱਲੋਂ ਵੀ ਸਤਿਕਾਰ ਮਿਲੇ। ਜਿਹਨੂੰ ਇੱਥੇ ਸਤਿਕਾਰ ਮਿਲ ਗਿਆ ਉਹਨੂੰ ਉੱਥੇ ਵੀ ਮਿਲਣਾ ਹੈ। ਸਾਧ ਸੰਗਤ ਜੀ, ਫੈਸਲਾ ਆਪਦੇ ਹੱਥ ਹੈ। ਆਪ ਫੈਸਲਾ ਕਰਨਾ ਹੈ। ਸੋ ਇਹ ਤਾਂ ਮਤ ਕਰਨਾ ਕਿ ਸਤਿਗੁਰੂ ਰਵਿਦਾਸ ਨਾਲ ਧੋਖਾ ਕਰਨਾ ਨਹੀਂ। ਮਿਲਣਾ ਜੋ ਹੈ ਸ਼ਰਧਾ ਨਾਲ, ਪਿਆਰ ਨਾਲ ਮਿਲਣਾ ਹੈ। ਸਤਿਗੁਰ ਨੇ ਤਾਂ ਮਾਫ ਕਰ ਦਿੱਤਾ ਹੈ, ਪਰ ਹੁਣ ਅਗਲੀਆਂ ਪ੍ਰਾਪਤੀਆਂ ਜੋ ਹਨ, ਭਾਈ ਤੇਰੀ ਸ਼ਰਧਾ ਭਾਵਨਾ ਉਨੀ ਉੱਚੀ ਹੋ ਜਾਏ ਤਾਂ ਸਭ ਕੁਝ ਹੋ ਸਕਦਾ ਹੈ। ਪਿਤਾ ਸਦਾ ਬਖਸ਼ਣਹਾਰ ਹੈ। ਇਹ ਮਨੁੱਖ, ਇਸ ਨੀਤੀ ਦਾ ਧਿਆਨ ਕਰ ਕਿ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਜੋ ਕਸ਼ਟ ਸਹਾਰ ਕੇ ਇੰਨੀਆਂ ਰਹਿਮਤਾਂ ਕੀਤੀਆਂ ਹਨ, ਉਹਨਾਂ ਤੋਂ ਕੁਝ ਸਿੱਖ ਆਪਣਾ ਜੀਵਨ ਸਵਾਰ, ਆਪਣਾ ਸਭ ਕੁਝ ਸਤਿਗੁਰ ਦੇ ਅੱਗੇ ਭੇਂਟ ਕਰ ਦੇ, ਤਦ ਹੀ ਜੋ ਹੈ ਦਰਗਾਹ ਦੇ ਵਿੱਚ ਮਾਣ ਪਾਏਗਾ। ਨਹੀਂ ਤਾਂ ਫਿਰ ਜੋ ਪੰਡਤ ਗੰਗਾ ਰਾਮ ਦਾ ਹਾਲ ਹੋਇਆ ਹੈ ਉਹ ਆਪਾਂ ਭੁੱਲੇ ਨਹੀਂ ਹਾਂ। ਹੁਣ ਦੇਖ ਲਓ, ਖਾਲੀ ਹੱਥ ਬੈਠਾ ਹੈ ਸਿਰਫ ਇਸੇ ਕਰਕੇ ਕਿ ਗੁਰੂ ਨਾਲ ਧੋਖਾ ਕੀਤਾ। ਸੋ ਸਾਧ ਸੰਗਤ ਜੀ, ਇਹ ਕਥਾ ਜੋ ਹੈ ਸਤਿਗੁਰ ਦੀ, ਇਹ ਸਾਨੂੰ ਇੰਨਾ ਕੁਝ ਸਿਖਾਉਂਦੀ ਹੈ, ਇੰਨਾ ਕੁਝ ਸਿਖਾਉਂਦੀ ਹੈ ਕਿ ਮਨੁੱਖ ਨੂੰ ਇੱਧਰ ਉੱਧਰ ਭਟਕਣ ਦੀ ਜੋ ਗੱਲ ਹੈ, ਖੋਜ ਕਰਨ ਦੀ ਜੋ ਗੱਲ ਹੈ, ਉਹਦੀ ਜ਼ਰੂਰਤ ਨਹੀਂ ਹੈ। ਸਿਰਫ ਸਿੱਖਿਆ ਤੇ ਜੋ ਸਤਿਗੁਰ ਦੀ ਸਿੱਖਿਆ ਹੈ, ਕਥਾਵਾਂ ਜੋ ਹਨ ਏਦਾਂ ਹੋਰ ਚੱਲਦੀਆਂ ਰਹਿਣਗੀਆਂ। ਪਰ ਅੱਜ ਦੀ ਕਥਾ ਦੀ ਗੱਲ ਕਰਾਂ, ਜਦ ਤੱਕ
ਅਸੀਂ ਇਹਨਾਂ ਸਿੱਖਿਆਵਾਂ ਤੋਂ ਕੁਝ ਸਿੱਖਦੇ ਨਹੀਂ ਹਨ, ਤਦ ਤੱਕ ਜੋ ਹੈ ਜੀਵਨ ਜਾਂ ਜੋ ਅਸਲੀ ਮਕਸਦ ਹੈ ਇੱਥੇ ਆਉਣ ਦਾ ਸੰਪੂਰਨ ਨਹੀਂ ਹੁੰਦਾ ਹੈ। ਧਨ ਦੌਲਤ ਜੋ ਕਮਾਉਣਾ ਹੈ ਮਾੜੀ ਗੱਲ ਨਹੀਂ ਹੈ। ਸਤਿਗੁਰ ਤਾਂ ਆਪ ਕਿਰਤ ਕਰਦੇ ਸਨ। ਜੇ ਉਹਨਾਂ ਨੇ ਧਨ ਦੌਲਤ ਹੀ ਕਮਾਉਣਾ ਹੁੰਦਾ ਤੇ ਐਸੇ ਪਾਰਸ ਵੀ ਉਹਨਾਂ ਨੂੰ ਮਿਲੇ ਸਨ ਜਿਹੜਾ ਲੋਹੇ ਤੇ ਰਗੜਨ ਦੇ ਨਾਲ ਲੋਹਾ ਵੀ ਸੋਨਾ ਬਣ ਜਾਂਦਾ ਹੈ। ਇਸ ਦੀ ਕਥਾ ਅੱਗੇ ਕੀਤੀ ਜਾਏਗੀ। ਐਸੀਆਂ ਸੋਨੇ ਦੀਆਂ ਇੱਟਾਂ ਵੀ ਮਿਲੀਆਂ ਸਨ ਕਿ ਰਵਿਦਾਸ ਸੋਨਾ ਵੇਚ ਕੇ ਮਹਲ ਬਣਾ ਲੈ, ਇਹ ਕੁੱਲੀ ਵਿੱਚ ਬੈਠਾ ਰਹਿਣਾ ਹੈ। ਪਰ ਸਤਿਗੁਰੂ ਦੀਨ ਦੁਨੀਆ ਦੇ ਮਾਲਕ ਕਿੰਨੇ ਕੁ ਮਹਲ ਬਣੇ ਹਨ ਉਹਨਾਂ ਦੇ। ਉਹ ਮਹਲ ਨਹੀਂ ਹਨ ਜਿਹੜੇ ਅੱਜ ਅਸੀਂ ਬਣਾਉਂਦੇ ਹਾਂ। ਸਤਿਗੁਰ ਦੇ ਉਹ ਮਹਲ ਹਨ ਜਿੱਥੇ ਰਵੀ ਦਾ ਪ੍ਰਕਾਸ਼ ਹੈ। ਜਿੱਥੇ ਜਾਣ ਵਾਲਾ ਜੋ ਹੈ ਉਸ ਦਾ ਅੰਧੇਰਾ ਰਾਹ ਜੋ ਹੈ ਉਹ ਰਵੀ ਪ੍ਰਕਾਸ਼ ਕਰ ਦਿੰਦਾ ਹੈ। ਰਵੀ ਦਾ ਮਤਲਬ ਸੂਰਜ ਹੈ, ਉਹ ਪ੍ਰਕਾਸ਼ ਕਰ ਦਿੰਦਾ ਹੈ। ਸੋ ਸਾਧ ਸੰਗਤ ਜੀ, ਸਿੱਖਿਆਵਾਂ ਤੋਂ ਫਾਇਦਾ ਤਦ ਹੈ ਜਦ ਅਸੀਂ ਕੁਝ ਸਿੱਖੀਏ। ਜੇ ਸੰਪੂਰਨ ਨਹੀਂ ਸਿੱਖ ਸਕਦੇ, ਰਸਤੇ ਤੇ ਚੱਲਣਾ ਸ਼ੁਰੂ ਕਰ ਦਈਏ। ਬੜਾ ਦਿਆਲੂ ਹੈ, ਬਹੁਤ ਹੀ ਦਿਆਲੂ। ਉਸ ਦੀ ਦਿਆਲਤਾ ਤਾਂ ਜੋ ਹੈ ਆਦਮੀ ਦੇ ਬਸ ਦੀ ਗੱਲ ਹੀ ਨਹੀਂ ਹੈ ਕਿ ਉਸ ਦੀ ਦਿਆਲਤਾ ਨੂੰ ਅਸੀਂ ਤੁਲਨਾ ਕਰ ਸਕੀਏ ਕਿਸੇ ਚੀਜ਼ ਦੇ ਨਾਲ। ਇੱਕ ਇੱਕ ਪਲ ਜੋ ਹੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਪਰਉਪਕਾਰਾਂ ਦੇ ਨਾਲ ਉਸ ਮੌਕੇ ਲਗਾਇਆ ਹੈ ਜਿਸ ਮੌਕੇ ਕਿਸੇ ਨੂੰ ਜ਼ੁਬਾਨ ਖੋਲਣ ਤੇ ਜ਼ੁਬਾਨ ਵੱਢ ਦਿੱਤੀ ਜਾਂਦੀ ਸੀ। ਬਹੁਤ ਵਾਰ ਮੈਂ ਕਥਾਵਾਂ ਦੇ ਵਿੱਚ ਅਰਜ਼ ਕਰਦਾ ਹਾਂ, ਕੰਨਾਂ 'ਚ ਸਿੱਕੇ ਪਾ ਦਿੱਤੇ ਜਾਂਦੇ ਸਨ, ਪੈਰਾਂ ਦੇ ਪਿੱਛੇ ਛਾਪੇ ਬੰਨ੍ਹ ਕੇ ਇੰਨੀ ਦੁਰਦਸ਼ਾ ਕਿ ਪੈਰਾਂ ਦੇ ਜੋ ਨਿਸ਼ਾਨ ਸਨ ਉਹਨਾਂ ਤੇ ਕਿਸ ਦਾ ਪੈਰ ਨਾ ਆ ਜਾਏ, ਉੱਚੀ ਜਾਤ ਵਾਲਿਆਂ ਦਾ ਭੈਟ ਹੋਣਾ ਕਿਹਾ ਜਾਂਦਾ ਸੀ। ਅੱਜ ਗੁਰੂ ਦੇ ਝੰਡੇ ਜੋ ਹਨ ਬੁਲੰਦ ਹਨ, ਬਹੁਤ ਬੁਲੰਦ ਹਨ, ਬਹੁਤ ਬੁਲੰਦ ਹਨ। ਪਰ ਇਹ ਵੀ ਨਾ ਗੱਲ ਸਮਝ ਲੈਣਾ ਕਿ ਅੱਜ ਤੁਸੀਂ ਮੰਦਿਰ ਬਣਾ ਲਏ ਹਨ, ਗੁਰਦੁਆਰੇ ਬਣਾ ਲਏ ਹਨ, ਕੋਠੀਆਂ ਲੈ ਲਈਆਂ ਹਨ, ਕਾਰਾਂ ਲੈ ਲਈਆਂ ਹਨ, ਜ਼ਮੀਨਾਂ, ਜਾਇਦਾਦਾਂ, ਫੈਕਟਰੀਆਂ ਦੇ ਮਾਲਕ ਬਣ ਗਏ ਹੋ ਤੇ ਅੱਜ ਤੁਸੀਂ ਸਭ ਕੁਝ ਪ੍ਰਾਪਤ ਕਰ ਲਿਆ ਹੈ। ਸਾਧ ਸੰਗਤ ਜੀ, ਪ੍ਰਾਪਤ ਬਹੁਤ ਕੁਝ ਹੋ ਗਿਆ ਹੈ, ਪਰ ਜਿਹੜੇ ਸਾਡੇ ਹੋਰ ਭਰਾ ਹਨ, ਕੌਮ ਦੇ ਹੋਰ ਵੀਰ ਹਨ, ਉਹਨਾਂ ਦਾ ਜੋ ਜੀਵਨ ਹੈ, ਕੌਮ ਤਦ ਚੜ੍ਹਦੀ ਕਲਾ ਵਿੱਚ ਹੁੰਦੀ ਹੈ ਜਦ ਸਾਰੀ ਕੌਮ ਸੁਖੀ ਹੋਵੇ। ਕਿਉਂਕਿ ਰਵਿਦਾਸ ਮਹਾਰਾਜ ਜੀ ਹਰ ਇੱਕ ਆਪਣੇ ਸੇਵਕ ਦੇ ਅੰਦਰ ਵਸਦਾ ਹੈ। ਐਸਾ ਬਹੁਤ ਲੋਕ ਸਮਝਦੇ ਹਨ ਕਿ ਅਸੀਂ ਤਾਂ ਜੀ ਹੁਣ ਠੀਕ ਹਾਂ। ਸਤਿਗੁਰੂ ਨੇ ਤਾਂ ਐਸਾ ਰਾਹ ਚਾਹਿਆ ਸੀ ਕਿ ਸਭਨ ਨੂੰ ਅੰਨ ਮਿਲੇ, ਕੋਈ ਭੁੱਖਾ ਨਾ ਰਹੇ। ਹੁਣ ਜਿਹੜੇ ਬਾਕੀ ਬਚੇ ਹਨ, ਜੇ ਸਾਡੇ ਕੋਲ 4 ਰੋਟੀਆਂ ਹਨ 3 ਰੱਖ ਲਓ,
ਇੱਕ ਜੋ ਹੈ ਉਹ ਤਾਂ ਦੇਣੀ ਬਣਦੀ ਹੈ। ਇਹ ਜੋ ਖਾਣਾ ਪਹਿਨਣਾ ਜੋ ਵੀ ਦਿੱਤਾ ਹੈ ਸਤਿਗੁਰ ਦਾ ਹੈ। ਸਤਿਗੁਰ ਰਵਿਦਾਸ ਜੀ ਇੰਨੀ ਕਿਰਪਾ ਨਾ ਕਰਦੇ ਤੇ ਅਜੇ ਤਾਂ ਜੋ ਕੌਮ ਨਾਲ ਹੋਇਆ ਹੈ ਬਹੁਤ ਇਸ ਤੋਂ ਵੱਧ ਹੋਣਾ ਸੀ। ਸਾਰਾ ਜੀਵਨ ਸੰਘਰਸ਼ ਦੇ ਵਿੱਚ ਲਾ ਕੇ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਉੱਚੀਆਂ ਤਾਕਤਾਂ ਦੇ ਨਾਲ ਪੂਰਾ ਗਿਆਨ ਉਹਨਾਂ ਨੂੰ ਕਰਾਇਆ ਹੈ। ਉਹ ਗਿਆਨ ਅਸੀਂ ਤਦ ਸਤਿਕਾਰ ਕਰਾਂਗੇ ਸਤਿਗੁਰ ਦਾ ਜਦ ਉਸ ਗਿਆਨ ਨੂੰ ਸਾਰੇ ਸੰਸਾਰ ਦੇ ਵਿੱਚ ਜੋ ਹੈ ਪ੍ਰਕਾਸ਼ ਕਰਾਵਾਂਗੇ। ਫਰਕ ਬਹੁਤ ਹੈ ਉਹਨਾਂ ਤੇ ਇਹਨਾਂ ਸਮਿਆਂ ਦਾ, ਔਰ ਫਰਕ ਅੱਗੇ ਆਏਗਾ ਵੀ। ਪਰ ਕੌਮ ਦੀਆਂ ਜੋ ਨੀਤੀਆਂ ਹਨ ਉਹ ਜਿੰਨਾ ਉਹਨਾਂ ਦੇ ਵਿੱਚ ਸੁਧਾਰ ਹੋਇਆ ਹੈ, ਸਾਧ ਸੰਗਤ ਜੀ, ਧਾਰਮਿਕ ਗੱਲ ਦੇ ਨਾਲ ਨਾਲ ਰਾਜਨੀਤਿਕ ਗੱਲ ਵੀ ਜ਼ਰੂਰੀ ਹੁੰਦੀ ਹੈ। ਜੇ ਤੁਹਾਡਾ ਰਾਜ ਨਹੀਂ ਹੈ ਤਾਂ ਤੁਹਾਡਾ ਧਰਮ ਵੀ ਨਹੀਂ ਚੱਲ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਇਹ ਸ਼ਬਦ ਹੈ, ਰਾਜ ਬਿਨਾ ਨਾ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਸਤਿਗੁਰੂ ਮਹਾਰਾਜ ਨੇ ਆਪਣਾ ਰਾਜ ਸਥਾਪਿਤ ਕੀਤਾ। ਰਾਜਿਆਂ ਨੇ ਤਾਂ ਕਿਸੇ ਰਾਜੇ ਦਾ 50 ਕਿਲੋਮੀਟਰ 'ਚ ਹੋਏਗਾ, ਕਿਸੇ ਦਾ 100 'ਚ ਹੋਏਗਾ, ਕਿਸੇ ਦਾ 200 'ਚ ਹੋਏਗਾ। ਪਰ ਜਦੋਂ 17-18 ਰਾਜੇ ਜੋ ਹਨ ਉਹ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆ ਕੇ ਬੈਠ ਜਾਂਦੇ ਹਨ ਤੇ ਉਹਨਾਂ ਨੂੰ ਸਿੰਘਾਸਨ ਤੇ ਬਿਠਾ ਦਿੰਦੇ ਹਨ, ਛੋਟੀ ਗੱਲ ਹੈ। ਉਹ ਰਾਜ ਜੋ ਕਾਇਮ ਕੀਤਾ ਸੀ ਸਤਿਗੁਰ ਨੇ, ਉਹ ਸਾਡੇ ਕੋਲੋਂ ਖੁੱਸ ਗਿਆ ਹੈ। ਉਸ ਨੂੰ ਕਾਇਮ ਕਰਨਾ ਹੈ, ਉਸ ਨੂੰ ਫਿਰ ਰਾਜ ਨੂੰ ਲਿਆਉਣਾ ਹੈ। ਸਿਰਫ ਇੱਕ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਨੀਤੀ ਅਪਣਾਉਣ ਦੀ ਲੋੜ ਹੈ। ਨਾਲ ਸਾਨੂੰ ਬਾਬਾ ਅੰਬੇਦਕਰ ਸਾਹਿਬ ਜੀ ਦੀ ਜੋ ਨੀਤੀ ਹੈ ਉਸ ਤੇ ਅਮਲ ਕਰਨ ਦੀ ਲੋੜ ਹੈ। ਤਦ ਜੋ ਇਹ ਅੱਗੇ ਜਾ ਕੇ ਗੱਲ ਬਣੇਗੀ ਸਾਧ ਸੰਗਤ ਜੀ। ਸੋ ਕਥਾਵਾਂ ਦਾ ਮਤਲਬ ਇਹ ਹੁੰਦਾ ਹੈ ਕਿ ਗੁਰਬਾਣੀ ਜੋ ਹੈ, ਮੂਲ ਆਧਾਰ ਗੁਰਬਾਣੀ ਹੈ। ਗੁਰਬਾਣੀ ਦੇ ਵਿੱਚੋਂ ਹੀ ਕਥਾਵਾਂ ਜੋ ਹਨ ਸੱਚ ਹੋਣ ਦਾ ਪ੍ਰਮਾਣ ਹੁੰਦਾ ਹੈ। ਪਰ ਆਮ ਮਨੁੱਖ ਨੂੰ ਗੁਰਬਾਣੀ ਦੀ ਸਮਝ ਜੋ ਹੈ ਉਹ ਮੁਸ਼ਕਲ ਆਉਂਦੀ ਹੈ। ਮੂਲ ਨੂੰ ਖਤਮ ਨਹੀਂ ਕਰਨਾ, ਗੁਰਬਾਣੀ ਤੋਂ ਓਟ ਆਸਰਾ ਲੈ ਕੇ ਕਥਾਵਾਂ ਦੀ ਮਦਦ ਦੇ ਨਾਲ ਸਤਿਗੁਰ ਤੇ ਜੋ ਭਰੋਸਾ ਹੈ ਉਸ ਨੂੰ ਸੰਪੂਰਨ ਕਰਨਾ ਹੈ। ਸਤਿਗੁਰ ਦੇ ਅਹਿਸਾਨਾਂ ਦਾ ਜੋ ਮੁੱਲ ਮੋੜਨਾ ਤਾਂ ਅਸੰਭਵ ਹੈ, ਪਰ ਸਤਿਗੁਰ ਦੇ ਅਹਿਸਾਨਾਂ ਨੂੰ ਆਪਣਾ ਨਿਯਮ ਬਣਾਉਣਾ ਜੋ ਹੈ ਉਹ ਸਾਡੇ ਰਾਜ ਸਥਾਪਿਤ ਕਰਨ ਵੱਲ ਨੂੰ ਪੌੜੀ ਹੈ। 84 ਲੱਖ ਜਨਮਾਂ ਚੋਂ ਨਿਕਲਣ ਦੀ ਪੌੜੀ ਹੈ। ਬੇਗਮਪੁਰਾ ਵਸਾਉਣ ਦੀ ਪੌੜੀ ਹੈ। ਗੁਰਬਾਣੀ ਵਿੱਚ ਬਹੁਤ ਲਿਖਿਆ ਹੈ ਕਿ हे ਪ੍ਰਾਣੀ ਸੁੱਤਾ ਨਾ ਰਹਿ,
उठ के जाग और जाग के जो सतगुਰਾਂ ਦੇ ਉਪਦੇਸ਼ ਹਨ ਉਹਨਾਂ ਦੇ ਵਿੱਚੋਂ ਰਸਤਾ ਲੱਭ, ਤਦ ਤੇਰਾ ਜੀਵਨ ਸਫਲ ਹੈ। ਕਬੀਰ ਜੀ ਨੇ ਤਾਂ ਇੱਥੇ ਤੱਕ ਸ਼ਲੋਕਾਂ ਦੇ ਵਿੱਚ ਕਿਹਾ ਹੈ ਕਿ ਜੋ ਮਸਤਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਗਿਆਨ ਦੇ ਵਿੱਚ ਨੀਵਾਂ ਨਹੀਂ ਹੁੰਦਾ ਹੈ ਕਿ ਇਹ ਪ੍ਰਾਣੀ ਉਹ ਮਸਤਕ ਜੋ ਹੈ ਉਹ ਨਿਕੰਮਾ ਹੈ, ਉਸ ਨੂੰ ਕੱਟ ਕੇ ਸਿੱਟ ਦੇ, ਉਸ ਨੂੰ ਕੱਟ ਦੇ। ਦੂਜੇ ਥਾਂ ਤੇ ਉਹਨਾਂ ਨੇ ਕਿਰਪਾ ਕੀਤੀ ਹੈ ਕਿ ਉਸ ਨੂੰ ਚੁੱਲ੍ਹੇ ਦੇ ਹੇਠਾਂ ਜਿੱਦਾਂ ਲੱਕੜੀਆਂ ਆਪਾਂ ਰੱਖ ਕੇ ਅੱਗ ਬਾਲਦੇ ਹਾਂ, ਉਸ ਕੰਮ ਦੇ ਵਿੱਚ ਲਾ ਦੇ ਜੇ ਮਸਤਕ ਤੇਰਾ ਸਤਿਗੁਰਾਂ ਦੇ ਉਪਦੇਸ਼ਾਂ ਤੋਂ ਦੂਰ ਹੈ। ਸੋ ਸਾਧ ਸੰਗਤ ਜੀ, ਇਹ ਕਥਾ ਜੋ ਹੈ ਆਪ ਜੀ ਨੂੰ ਬਹੁਤ, ਜੇ ਨਹੀਂ ਤਾਂ ਥੋੜਾ ਗਿਆਨ ਜ਼ਰੂਰ ਦੇਗੀ। ਆਪ ਜੀ ਦੇਖੋ, ਆਪਣੇ ਖਾਸ ਕਰਕੇ ਬੱਚਿਆਂ ਨੂੰ ਅੱਗੇ ਵੀ ਸੁਣਾਈ ਜਾਵੇ ਔਰ ਅੱਗੇ ਆਪਣੇ ਮਿੱਤਰਾਂ ਨੂੰ ਵੀ ਤੁਸੀਂ ਸ਼ੇਅਰ ਕਰੋ। ਤੇ ਸਤਪਾਖੇ ਰਵਿਦਾਸ ਜੋ ਅਸੀਂ ਚੈਨਲ ਬਣਾਇਆ ਹੈ, ਉਸ ਨੂੰ ਤੁਸੀਂ ਦੇਖੋ ਔਰ ਸ਼ੇਅਰ ਕਰੋ ਔਰ ਸਾਨੂੰ ਚੰਗੀਆਂ ਸਲਾਹਾਂ ਵੀ ਦਿਓ, ਤਾਂ ਜੋ ਮਿਸ਼ਨ ਜੋ ਹੈ ਪੂਰਾ ਕਰਨ ਦੇ ਵਿੱਚ ਇੱਕ ਕਦਮ ਅੱਗੇ ਵੱਧ ਸਕੀਏ। ਭੁੱਲਾਂ ਵੀ ਹੋ ਜਾਂਦੀਆਂ ਹਨ, ਪਹਿਲਾਂ ਕੁਝ ਕਤਾਵਾਂ ਕੀਤੀਆਂ ਹਨ, ਉਹਨਾਂ 'ਚ ਜੋ ਕਮੀਆਂ ਹਨ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਅੱਗੇ ਜੋ ਹੈ ਸਤਿਗੁਰ ਦੀ ਬਖਸ਼ਿਸ਼ ਜੋ ਹੈ ਉਹ ਸਾਨੂੰ ਜ਼ਰੂਰ ਮੰਜ਼ਿਲ ਦੇਗੀ। ਕੌਮ ਲਈ ਜੋ ਵੀ ਕੁਝ ਕਰ ਸਕਦੇ ਹਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਜੋ ਵੀ ਅਸੀਂ ਕੁਝ ਕਰ ਸਕਦੇ ਹਾਂ, ਸੇਵਾ ਅਰਪਣ ਸਦਾ ਰਹੇਗੀ। ਸੋ ਇੰਨੀਆਂ ਹੀ ਸੇਵਾਵਾਂ ਨੂੰ ਸਵੀਕਾਰ ਕਰਨਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨਾ ਜੀ। ਦਾਸ ਤੋਂ ਜੇ ਕੋਈ ਪ੍ਰਚਾਰ ਪ੍ਰਤੀ ਸੇਵਾ ਲੈਣੀ ਚਾਹੁੰਦਾ ਹੋਏਗਾ, ਸਾਡੇ ਟੈਲੀਫੋਨ ਤੇ ਸੰਪਰਕ ਕਰ ਸਕਦਾ ਹੈ। ਦੁਨੀਆ ਦੇ ਕਿਸੇ ਵੀ ਦੇਸ਼ ਦੇ ਵਿੱਚ ਅਸੀਂ ਸੇਵਾ ਕਰ ਸਕਦੇ ਹਾਂ। ਦਾਸ ਹਾਲੈਂਡ ਦਾ ਨਾਗਰਿਕ ਹੈ, ਸਾਨੂੰ ਕਿਸੇ ਵੀ ਦੇਸ਼ ਵਿੱਚ ਜਾਣ ਦੀ ਕੋਈ ਮੁਸ਼ਕਲ ਨਹੀਂ ਹੈ ਤੇ ਹਰਦਮ ਵਚਨਬੱਧ ਰਹਾਂਗੇ। ਕੋਈ ਹੁਕਮ ਹੋਵੇ ਤਾਂ ਜ਼ਰੂਰ ਆਪ ਸੰਪਰਕ ਕਰ ਸਕਦੇ ਹੋ। ਦਵਿੰਦਰ ਸਿੰਘ ਥੰਮਣਵਾਲ ਮੇਰਾ ਨਾਮ ਹੈ ਤੇ ਸੰਪਰਕ ਟੈਲੀਫੋਨ 0031 61 55 234 39। ਹਾਲੈਂਡ ਦਾ ਟੈਲੀਫੋਨ ਹੈ ਜੀ। ਆਪ ਦਾ ਬਹੁਤ ਸਵਾਗਤ ਹੋਏਗਾ, ਆਪ ਜੇ ਸੁਝਾਵਾਂ ਦਾ। ਤੇ ਆਪ ਅਗਰ ਕੋਈ ਚੈਨਲ ਨੂੰ ਮਦਦ ਕਰਨੀ ਚਾਹੋ, ਇਹ ਪ੍ਰਚਾਰ ਵਾਸਤੇ ਹੈ, ਕੋਈ ਪ੍ਰੋਫਿਟ ਵਾਲੀ ਗੱਲ ਨਹੀਂ ਹੈ, ਸਾਨੂੰ ਉਹਦੀ ਵੀ ਜ਼ਰੂਰਤ ਹੈ। ਅਸੀਂ ਆਉਣ ਵਾਲੇ ਟਾਈਮ 'ਚ, ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਹਿੰਦੀ ਵਿੱਚ ਵੀ ਬੋਲਾਂਗੇ, ਪਰ ਫਿਰ ਵੀ ਜਦੋਂ ਮੈਂ ਬੈਠਦਾ ਹਾਂ ਤਾਂ ਪੰਜਾਬੀ ਜ਼ਿਆਦਾ ਸਾਹਮਣੇ ਆਉਂਦੀ ਹੈ। ਜ਼ਰੂਰ ਹਿੰਦੀ ਵਿੱਚ ਵੀ ਅਸੀਂ ਬੋਲਾਂਗੇ, ਕਿਉਂਕਿ ਸਾਡੇ ਬਹੁਤ ਜ਼ਿਆਦਾ ਜੋ ਫਰੈਂਡ ਹਨ ਫੇਸਬੁੱਕ 'ਤੇ, ਉਹ ਸਾਡੇ ਹਿੰਦੀ ਦੇ ਮੇਰੇ 75% ਦੇ ਨੇੜੇ ਹਨ। ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੀ। ਭੁੱਲਾਂ ਚੁੱਕਾਂ ਦੀ ਖਿਮਾ ਦਾਸ ਵੱਲੋਂ, ਸਤਪਾਖੇ ਰਵਿਦਾਸ ਚੈਨਲ ਵੱਲੋਂ ਬਹੁਤ ਬਹੁਤ ਸਾਡੀ ਸ਼ਰਧਾ ਹੈ ਤੁਹਾਡੇ ਪ੍ਰਤੀ, ਸਵੀਕਾਰ ਹੋਵੇ ਜੀ। ਅਸੀਂ ਕੁਝ ਇੱਦਾਂ ਵੀਡੀਓ ਬਣਾ ਰਹੇ ਹਾਂ
ਹੁਣ ਘੰਟੇ ਕੁ ਬਾਅਦ ਇੱਕ ਹੋਰ ਅਸੀਂ ਵੀਡੀਓ ਬਣਾਵਾਂਗੇ। ਫਿਰ ਉਹ ਸਮੇਂ ਅਨੁਸਾਰ ਉਹ ਅਸੀਂ ਚੈਨਲ ਤੇ ਹੋਰ ਮੀਡੀਆ ਦੁਆਰਾ ਸੰਗਤਾਂ 'ਚ ਪੇਸ਼ ਕਰਦੇ ਰਹਾਂਗੇ। ਓਕੇ ਜੀ, ਸਾਡੀ ਸ਼ਰਧਾ ਸਵੀਕਾਰ ਹੋਵੇ। ਤੁਹਾਡਾ ਲੱਖ ਲੱਖ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਗੁਰਦੇਵ, ਧੰਨ ਗੁਰਦੇਵ ਜੀ।